ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ, ਸੀਨੀਅਰ ਜਰਨਲਿਸਟ। ਸਵਾਗਤ ਹੈ ਭਾਸਕਰ ਸਾਹਿਬ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਨਵੀਂ ਸਰਕਾਰ ਹੋਂਦ ਚ ਆ ਗਈ ਆ ਔਰ ਨਾਇਕ ਫਿਲਮ ਅਨਿਲ ਕਪੂਰ ਦੀ ਵਾਂਗ ਆਪਣੇ ਮੁੱਖ ਮੰਤਰੀ ਸਾਹਿਬ ਬਹੁਤ ਤੇਜ਼ੀ ਨਾਲ ਅੱਗੇ ਵਧੇ। ਨਵਜੋਤ ਸਿੰਘ ਸਿੱਧੂ ਨੇ 5 ਨਿਕਾਤੀ ਪ੍ਰੋਗਰਾਮ ਚੋਂ ਬਹੁਤੇ ਹੱਲ ਕਰਨ ਦਾ ਦਾਅਵਾ ਤਾਂ ਕਰਤਾ, ਪਰ ਜਦੋਂ ਹੀ ਮੈਨੂੰ ਲੱਗਦਾ ਕਿ ਕੈਬਨਿਟ ਜੁੜੀ ਫਾਈਲਾਂ ਨਾਲ ਮੱਥਾ ਮਾਰਿਆ ਗਿਆ, ਦੇਖਿਆ ਗਿਆ ਇੱਕ ਸਿਸਟਮ ਹੈ, ਇੱਕ ਪ੍ਰੋਸੀਜਰ ਹੈ ਜਿਹਦੇ ਚੋਂ ਲੰਘਣਾ ਪੈਣਾ, ਤਾਂ ਫਿਰ ਕੁਝ ਦਿਨਾਂ ਲਈ ਅੱਗੇ ਚੀਜ਼ਾਂ ਟਾਲਤੀਆਂ ਗਈਆਂ। ਨਹੀਂ ਤਾਂ ਵੱਡੇ ਫੈਸਲਿਆਂ ਦੀ ਉਮੀਦ ਕੀਤੀ ਜਾ ਰਹੀ ਸੀ। ਹਾਲਾਂਕਿ ਹੋਣ ਵਾਲੇ ਫੈਸਲਿਆਂ ਦੇ ਉੱਤੇ ਮੋਹਰ ਲਾਤੀ ਗਈ ਕਿ ਆਹੀ ਹੋਣਗੇ ਅੱਗੇ ਜਾ ਕੇ। ਅੱਜ ਇਹ ਤਿੰਨੋਂ ਲੋਕ, ਮੈਂ ਸੋਨੀ ਸਾਹਿਬ ਵੱਲੋਂ ਕਨਫਰਮ ਨਹੀਂ ਕਰਦਾ ਕਿਉਂਕਿ ਗੱਲ ਨਹੀਂ ਹੋ ਸਕੀ ਉਹਨਾਂ ਦੇ ਨੇੜਲਿਆਂ ਨਾਲ ਜਾਂ ਉਹਨਾਂ ਨਾਲ, ਲੇਕਿਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਸਾਹਿਬ ਔਰ ਡਿਪਟੀ ਮੁੱਖ ਮੰਤਰੀ ਸਾਹਿਬ ਸੁਖਜਿੰਦਰ ਸਿੰਘ ਰੰਧਾਵਾ ਦੋਨਾਂ ਦੇ ਨਾਲ ਦਿੱਲੀ ਨੂੰ ਉੱਡਣਗੇ, ਉਡਾਨ ਫੜਨਗੇ ਤੇ ਦਿੱਲੀ ਦੇ ਵਿੱਚ ਨਵੀਂ ਵਜ਼ੀਰੀ, ਨਵੇਂ ਮੰਤਰਾਲੇ, ਨਵੇਂ ਅਫਸਰਸ਼ਾਹੀ, ਮਤਲਬ ਸਰਕਾਰ ਦਾ ਮੁਹਾਂਦਰਾ ਤੈਅ ਕਰਨ ਲਈ ਦਿੱਲੀ ਦੇ ਵਿੱਚ ਲਗਾਤਾਰ ਮੰਥਨ ਹੋਊਗਾ। ਸੋ ਇਹਨਾਂ ਮਾਮਲਿਆਂ ਤੇ ਗੱਲ ਕਰਾਂਗੇ, ਲੇਕਿਨ ਜਿੱਥੋਂ ਤੱਕ ਅਜੇ ਵੀ ਬ੍ਰਹਮ ਮਹਿੰਦਰਾ ਦੇ ਡ੍ਰੌਪ ਹੋਣ ਦੀ ਗੱਲ ਆ, ਸੁਨੀਲ ਜਾਖੜ ਦੇ ਗੁੱਸੇ ਦਾ ਜ਼ਿਕਰ ਆ, ਉਹ ਕਿੱਦਾਂ ਭੁੱਲ ਸਕਦੇ ਆਪਾਂ, ਉਹਨਾਂ ਤੇ ਵੀ ਆਵਾਂਗੇ। ਲੇਕਿਨ ਭਾਸਕਰ ਸਾਹਿਬ, ਮੈਂ ਸ਼ੁਰੂ ਕਰਾਂ। ਅਸੀਂ ਛੋਟੇ ਹੁੰਦੇ ਸੀ ਤੇ ਲਾਗੇ ਵਗਦੇ ਨਖਾਸੂ ਦੇ ਵਿੱਚੋਂ ਗੱਡੇ ਤੇ ਰੇਤ ਭਰ ਲਿਆਉਂਦੇ ਹੁੰਦੇ ਸੀ ਤੇ ਬਹੁਤੀ ਲੋੜ ਵੀ ਨਹੀਂ ਹੁੰਦੀ, ਇੱਕ ਅੱਧੇ ਗੱਡੇ ਨਾਲ ਹੀ ਸਰ ਜਾਂਦਾ ਹੁੰਦਾ ਸੀ। ਕਿਹੜੀ ਅੱਗੇ ਸੀਮੈਂਟ ਦੀ ਧਾੜ ਲੱਗੀ ਹੁੰਦੀ ਸੀ, ਮਾੜਾ ਮੋਟਾ ਮਿਸਤਰੀ ਆਇਆ, ਕੋਈ ਕੰਧ ਖੜੀ ਕਰ ਲਈ। ਮੈਨੂੰ ਯਾਦ ਹੈ ਫਿਰ ਕੰਕਰੀਟ ਦੇ ਜੰਗਲ ਉਸਰਨ ਲੱਗੇ, ਰੇਤਾ ਸੋਨੇ ਵਰਗੀ ਹੋ ਗਈ। ਫਿਰ ਉਹ ਸੋਨੇ ਦੇ ਵਿੱਚੋਂ ਸਮਗਲਿੰਗ ਤੁਰੀ ਤੇ ਉਹ ਸਮਗਲਿੰਗ ਜਿਹੜੀ ਸੀ ਉਹਨੇ ਬਹੁਤ ਵੱਡੇ ਬੰਦੇ ਬਣਾ ਦਿੱਤੇ। ਤੇ ਮੈਂ ਜਿਹੜੀ ਗੱਲ ਕਹਿਣਾ, ਚੰਨੀ ਸਾਹਿਬ ਕਹਿੰਦੇ ਨੇ ਕਿ ਇੰਜ ਨਹੀਂ ਹੋਊਗਾ ਹੁਣ, ਇਹ ਕੋਈ ਮਾਈਨਿੰਗ ਦੂਜਾ ਤੀਜਾ ਨਹੀਂ ਹੋਣਾ। ਪਰ ਮੈਂ ਯਾਦ ਕਰਾ ਦਿਆਂ ਕਿ ਬਹੁਤੇ ਐਮਐਲਏ ਭਾਵੇਂ ਸੱਤਾਧਾਰੀ ਹੋਣ ਜਾਂ ਸੱਤਾ ਤੋਂ ਬਾਹਰ ਵਾਲਿਆਂ ਦੇ ਹੋਣ, ਇਹਨਾਂ ਕਾਰੋਬਾਰਾਂ ਨੂੰ ਸਰਪ੍ਰਸਤੀ ਉਹ ਦਿੰਦੇ ਰਹੇ ਆ। ਇਹ ਦੁੱਖ ਦੀ ਗੱਲ ਆ ਕਿ 300 ਯੂਨਿਟ ਮਾਫ ਹੋਣ ਦੀ ਗੱਲ ਕੇਜਰੀਵਾਲ ਤਾਂ ਸਾਰਿਆਂ ਲਈ ਕਰਦਾ ਸੀ ਔਰ ਬਹੁਤ ਸਾਰੇ ਪੱਧਰ ਤੇ ਇਹੀ ਹੁੰਦਾ ਰਿਹਾ ਕਿ 300 ਯੂਨਿਟ ਸਾਰਿਆਂ ਦੇ ਮਾਫ ਹੋਣਗੇ, ਲੇਕਿਨ ਉਹਦੇ ਵਿੱਚ ਵੀ ਹੁਣ ਆਪਾਂ ਵਰਗਾਂ ਦੇ ਵਿੱਚ ਤੁਰਨ ਲੱਗ ਗਏ। ਖੈਰ, ਮੈਂ ਇੱਥੋਂ ਪਹਿਲਾਂ ਸ਼ੁਰੂ ਕਰਾਂ ਕਿ ਰੇਤੇ ਵਾਲੀ ਗੱਲ, ਕਹਿੰਦੇ ਜਿਹਦੇ ਖੇਤ 'ਚ ਰੇਤਾ ਕੱਢ ਲੇ ਜਾਂ ਵੇਚ ਲੇ, ਇਹ ਕਿੱਦਾਂ ਬਣੂਗਾ? ਫਿਰ ਡਾਢੇ ਖੇਤਾਂ ਦੇ ਰਾਖੇ ਤਾਂ ਹੋਣ ਦੀ ਬਜਾਏ ਕਬਜ਼ੇ ਹੀ ਕਰਨਗੇ ਨਾ। ਫਿਰ ਹਿਮਾਤੜ ਜਿਹੜਾ ਵਾ ਉਹ ਤਾਂ ਠੇਕੇ ਠੂਕੇ ਤੇ ਦੇਊਗਾ ਜਾਂ ਥੋੜੇ ਮੋਟੇ ਲਾਲਚ 'ਚ ਆ ਕੇ ਕਾਰੋਬਾਰ ਤਾਂ ਉਵੇਂ ਹੀ ਤੁਰਦੇ ਰਹਿਣਗੇ। ਚੈੱਕ ਕੌਣ ਰੱਖੂਗਾ? ਮਹੀਨੇ 3 ਬਚੇ। ਬਿਲਕੁਲ, ਜਿਹੜਾ ਰੇਤ ਮਾਫੀਆ ਹੈ, ਜਿਨ੍ਹਾਂ ਦਿਨਾਂ ਦੀ ਗੱਲ ਤੁਸੀਂ ਕਰ ਰਹੇ ਹੋ, ਵਾਕਈ ਮੈਨੂੰ ਵੀ ਉਹ ਦਿਨ ਯਾਦ ਹੈ ਕਿ ਰੇਤਾ ਬਿਲਕੁਲ ਫ੍ਰੀ ਦੇ ਭਾਅ ਮਿਲਦਾ ਸੀਗਾ। ਔਰ ਤੁਹਾਡੇ ਜਿਹੜੇ ਦਰਿਆ ਕੰਢੇ ਜਿੰਨੇ ਵੀ ਪਿੰਡ ਹੈਗੇ ਆ ਜਾਂ ਸ਼ਹਿਰ ਵੀ ਹੈਗੇ ਨੇ, ਰੇਤਾ ਤੇ ਬਸ ਭਰ ਕੇ ਲਿਆਉਣਾ ਹੁੰਦਾ ਸੀਗਾ, ਕੋਈ ਪੈਸੇ ਪੂਸੇ ਵਾਲੀ ਗੱਲ ਤੇ ਕੋਈ ਪੁੱਛਦਾ ਹੀ ਨਹੀਂ ਸੀਗਾ। ਉਹੀ ਰੇਤਾ ਪਿਛਲੇ 10 ਸਾਲਾਂ ਤੋਂ, 10 ਕੀ ਬਲਕਿ ਜ਼ਿਆਦਾ ਹੀ ਸਾਲ ਹੋ ਗਏ, ਪੂਰੇ ਭਾਰਤ ਦੇ ਵਿੱਚ ਇੱਕ ਮਾਈਨਿੰਗ ਮਾਫੀਆ ਦੇ ਰੂਪ ਵਿੱਚ ਉੱਭਰਿਆ। ਔਰ ਉਹ ਮਾਈਨਿੰਗ ਮਾਫੀਆ ਜਿੰਨੇ ਪੋਲੀਟੀਸ਼ੀਅਨਸ ਹੈਗੇ ਨੇ, ਪਹਿਲੇ ਤੁਹਾਨੂੰ ਯਾਦ ਹੋਏਗਾ 2017 ਦੇ ਵਿੱਚ ਵੀ, 2012 ਦੇ ਵਿੱਚ ਵੀ ਔਰ 2007 ਦੇ ਵਿੱਚ ਵੀ ਰੇਤ ਮਾਫੀਆ ਦੀ ਗੱਲਾਂ ਹੋਣੀ ਸ਼ੁਰੂ ਹੋ ਗਈ ਸੀ। ਇਲਜ਼ਾਮ ਅਕਾਲੀਆਂ ਦੇ ਉੱਤੇ ਲੱਗਦਾ ਸੀਗਾ ਔਰ ਖਾਸ ਕਰਕੇ ਅਕਾਲੀਆਂ ਦੇ ਬਾਰੇ 'ਚ ਇਹ ਕਿਹਾ ਜਾਂਦਾ ਸੀਗਾ ਕਿ ਰੇਤ ਮਾਫੀਆ ਦੇ ਉੱਤੇ ਪੂਰਾ ਦਾ ਪੂਰਾ ਕੰਟਰੋਲ ਉਹਨਾਂ ਦਾ ਹੈ। 17 ਦੇ ਵਿੱਚ ਸਰਕਾਰਾਂ ਚੇਂਜ ਹੋਈਆਂ। ਸਰਕਾਰਾਂ ਚੇਂਜ ਹੋਣ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਆਮ ਕਹਾਵਤ ਹੈ ਕਿ ਸਿਰਫ ਪੱਗਾਂ ਹੀ ਚੇਂਜ ਹੋਈਆਂ, ਪਹਿਲੇ ਨੀਲੀਆਂ ਸੀਗੀ, ਬਾਅਦ 'ਚੋਂ ਚਿੱਟੀਆਂ ਹੋ ਗਈਆਂ। ਔਰ 75-25 ਵਾਲੀ ਗੱਲ ਵੀ ਜਿਹੜੀ ਸਿੱਧੂ ਉਹਨਾਂ ਅਕਸਰ ਆਪਣੀ ਪ੍ਰੈਸ ਕਾਨਫਰੰਸ ਜਾਂ ਸਿਆਸੀ ਸਟੇਜਾਂ ਤੋਂ ਕਰਦੇ ਨੇ, ਉਹ ਵੀ ਇਸ ਪਰ ਹੀ ਇਸ਼ਾਰਾ ਕਰਦਾ ਹੈ ਕਿ 75-25 ਮਤਲਬ ਰੇਤੇ ਦੇ ਬਿਜ਼ਨਸ ਦੇ ਵਿੱਚ 25% ਤੇ 75% ਚੇਂਜ ਹੀ ਹੁੰਦਾ। ਜਿਹਦੀ ਸਰਕਾਰ ਉਹਦੇ 75, ਜਿਹੜੀ ਆਪੋਜੀਸ਼ਨ ਹੈਗੀ ਉਹਦੀ 25। ਇਹ ਮਾਫੀਆ ਇੰਨਾ ਕੁ ਵੱਧ ਚੁੱਕਿਆ ਸੀਗਾ ਕਿ ਹਰ ਇੱਕ ਪੋਲੀਟੀਸ਼ੀਅਨ, ਹਰ ਇੱਕ ਐਮਐਲਏ, ਉਹਦੇ ਉੱਤੇ ਸਭ ਤੋਂ ਪਹਿਲਾ ਐਲੀਗੇਸ਼ਨ ਇਹੀ ਲੱਗਦਾ ਹੈ ਵੀ ਇਹ ਰੇਤੇ ਦੇ ਕਾਰੋਬਾਰ ਦੇ ਵਿੱਚ ਹੈ। ਪਹਿਲੇ ਇਹੀ ਗੱਲ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਕਹੀ ਜਾਂਦੀ ਸੀਗੀ, ਪਰ ਹੁਣ ਰੇਤੇ ਦੇ ਕਾਰੋਬਾਰ ਦੇ ਵਿੱਚ ਜੇ ਕਿਤੇ ਉਹ ਐਮਐਲਏ ਦਰਿਆ ਕੰਢੇ ਉਹਦੀ ਕੌਂਸਟੀਚੁਐਂਸੀ ਲੱਗਦੀ ਹੈ ਤੇ ਫਿਰ ਉਹ ਰੇਤ ਦੇ ਬਿਜ਼ਨਸ ਦੇ ਵਿੱਚ, ਇਲੀਗਲ ਮਾਈਨਿੰਗ ਦੇ ਵਿੱਚ ਇਨਵੋਲਵ ਨਾ ਹੋਏ, ਇੱਦਾਂ ਬੜਾ ਘੱਟ ਦੇਖਣ ਨੂੰ ਮਿਲਿਆ। ਚਲੋ, ਇਸ ਗੱਲ ਦਾ ਅੰਤ ਚੰਨੀ ਹੋਣਾ, ਸਰਦਾਰ ਚੰਨੀ ਹੋਣਾ, ਸੀਐਮ ਚੰਨੀ ਹੋਣਾ ਦਾ ਕਰਨਾ, ਇਹ ਇੱਕ ਬੜਾ ਵੈਲਕਮ ਸਟੈਪ ਹੈਗਾ। ਔਰ ਭਾਵੇਂ ਇਹ ਸਿਸਟਮ ਇੰਪਲੀਮੈਂਟ ਹੋਏਗਾ ਜਾਂ ਨਹੀਂ ਹੋਏਗਾ, ਇਹ ਤੇ ਬਾਅਦ ਚੋਂ ਪਤਾ ਲੱਗੇਗਾ, ਪਰ ਫਿਲਹਾਲ ਇਹ ਗੱਲ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਣਾ ਔਰ ਇਹ ਵੀ ਕਹਿਣਾ ਕਿ ਰੇਤ ਮਾਫੀਆ ਜਾਂ ਰੇਤ ਮਾਫੀਆ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ
ਉਹ ਮੈਨੂੰ ਮਿਲਣ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਮੈਂ ਉਹਨਾਂ ਦੀ ਕੋਈ ਮਦਦ ਨਹੀਂ ਕਰੂੰਗਾ। ਭਾਵੇਂ ਸਰਦਾਰ ਚੰਨੀ ਉਹਨਾਂ ਦੇ ਖਿਲਾਫ ਵੀ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗ ਰਹੇ ਨੇ। ਤੁਹਾਨੂੰ ਉਹ ਯਾਦ ਹੋਏਗਾ ਜਿਹੜਾ ਹੈਲੀਕਾਪਟਰ ਚੰਡੀਗੜ੍ਹ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਉੜਿਆ ਸੀਗਾ, ਤੇ ਦਰਿਆ ਕੰਢੇ ਉਹਨਾਂ ਨੇ ਇਲੀਗਲ ਮਾਈਨਿੰਗ ਕਾਫੀ ਦੇਖੀ ਸੀਗੀ, ਉਹ ਨਾਂ ਵੀ ਉਡਾਇਆ ਗਿਆ ਸੀਗਾ, ਔਰ ਉਹ ਚੰਨੀ ਉਹਨਾਂ ਦਾ ਹੀ ਉਡਾਇਆ ਗਿਆ ਸੀ। ਬਾਅਦ 'ਚ ਉਹਦਾ ਬਣਿਆ ਬਣਾਇਆ ਤੇ ਕੁਛ ਨਹੀਂ। ਪਰ ਰੇਤ ਮਾਫੀਆ ਦੇ ਉੱਤੇ ਪੰਜਾਬ ਦੇ ਵਿੱਚ ਭਾਵੇਂ ਉਹ ਅਕਾਲੀ ਹੋਣ, ਭਾਵੇਂ ਉਹ ਕਾਂਗਰਸੀ ਹੋਣ, ਜਾਂ ਫਿਰ ਆਮ ਆਦਮੀ ਪਾਰਟੀ, ਦੇਖੋ ਸਾਰੇ ਸਿਰਫ ਔਰ ਸਿਰਫ ਰਾਜਨੀਤੀ ਕਰਦੇ ਰਹੇ ਨੇ ਅੱਜ ਤੱਕ। ਹੁਣ ਚੰਨੀ ਉਹਨਾਂ ਨੇ ਜ਼ਰੂਰ ਇੱਕ ਮੁੱਖ ਮੰਤਰੀ ਦਾ ਪਦ ਸੰਭਾਲਿਆ, ਪਦ ਸੰਭਾਲਦੇ ਹੀ ਰੇਤ ਮਾਫੀਆ ਤੇ ਕਹਿਰ ਪਾਉਣ ਦੀ, ਠਾਹ ਲਾਉਣ ਦੀ ਗੱਲ ਜਿਹੜੀ ਹੈ ਕਰਦੇ ਨੇ। ਮੈਨੂੰ ਲੱਗਦਾ ਹੈ ਕਿ ਕੁਝ ਅਗਰ ਹੋ ਜਾਏ ਇਸ ਮੁੱਦੇ ਤੇ, ਭਾਵੇਂ ਰੇਤ ਕਾਰਪੋਰੇਸ਼ਨ ਹੀ ਬਣ ਜਾਏ ਜਿਹਦੀ ਗੱਲ ਸਿੱਧੂ ਹੋਰਾਂ ਕਰਦੇ ਸੀਗੇ, ਤੇ ਲੋਕਾਂ ਦਾ ਕੁਝ ਭਲਾ ਹੋ ਸਕਦਾ। ਇਹ ਜਿਹੜੀ ਵੰਡੈਟਾ ਪੋਲਿਟਿਕਸ ਵਿਦਨ ਦਾ ਪਾਰਟੀ ਹੁੰਦੀ ਹੈ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਗੱਲ ਕਰਦੇ ਹੋ, ਜਹਾਜ਼ ਉੜਿਆ, ਉਹ ਤੋਂ ਫੋਟੋ ਲਾਈ, ਫੋਟੋ ਫਿਰ ਪ੍ਰਕਾਸ਼ਿਤ ਕੀਤੀ, ਸੁਰਖੀ ਬਣੀ, ਤੇ ਉਸ ਤੋਂ ਬਾਅਦ ਇਹਦੇ 'ਚ ਕਾਨਾਫੂਸੀਆਂ ਹੋਣ ਲੱਗੀਆਂ, ਕਨਸੋਆਂ ਮਿਲਣ ਲੱਗੀਆਂ। ਇਹ ਵੰਡੈਟਾ ਪੋਲਿਟਿਕਸ ਇਹਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਨਾਮ ਵਾਰਾ ਖਾਂਦਾ ਹੋਵੇ, ਉਹਦੇ ਹਲਕੇ 'ਚ ਕੁਝ ਗਲਤ ਹੁੰਦਾ ਤੇ ਉਹਦੇ ਤੇ ਅੱਖ ਰੱਖ ਲਓ, ਜਾਂ ਜਿਸ ਏਰੀਏ 'ਚ ਹੁੰਦਾ ਉਹਦਾ ਕੋਈ ਵੱਡਾ ਬੰਦਾ ਜੋੜ ਦਿਓ। ਪਰ ਇਸ ਗੱਲ ਨੂੰ ਹਰ ਕੋਈ ਤਸਦੀਕ ਕਰੂਗਾ ਕਿ ਹਰੇਕ ਹਲਕੇ ਦੇ ਵਿੱਚ ਕਿਸੇ ਵੀ ਆਪਣੇ ਸੱਤਾਧਾਰੀ ਧਿਰ ਦੇ ਇੰਚਾਰਜ ਜਾਂ ਐਮਐਲਏ ਤੋਂ ਬਿਨਾਂ, ਤੁਹਾਨੂੰ ਵੀ ਪਤਾ, ਪਰਿੰਦਾ ਪਰ ਨਹੀਂ ਮਾਰ ਸਕਦਾ। ਇੱਥੇ ਤਾਂ ਮੈਂਬਰ ਪਾਰਲੀਮੈਂਟ ਐਮਐਲਏ ਦੇ ਹਲਕੇ ਦੇ ਵਿੱਚ ਉਹਦੇ ਪੁੱਛੇ ਬਿਨਾਂ ਵੜ ਨਹੀਂ ਸਕਦਾ ਕਿਤੇ ਭੋਗ ਤੇ, ਕਿਸੇ ਦੇ ਖੁਸ਼ੀ ਦੇ ਸਮਾਗਮ ਤੇ। ਇਹੋ ਜਿਹੇ ਗੈਰ ਕਾਨੂੰਨੀ ਕੰਮ ਹੋਣ ਦੇ ਸਕਦੇ ਆ। ਮੈਂ ਬੜਾ ਕਲੀਅਰ ਇਹਨਾਂ ਮਾਮਲਿਆਂ 'ਚ। ਮੈਨੂੰ ਯਾਦ ਹੈ ਇੱਕ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਬੜੇ ਆਦਰਸ਼ਕ ਨੇ, ਉਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਕਿ ਜਦੋਂ ਮੈਂ ਬਹੁਤਾ ਵੇਰ ਦਾ ਹੁੰਦਾ ਸੀ ਤੇ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਨੇ ਤਲਬ ਕਰ ਲਿਆ, ਸੱਦ ਲਿਆ ਸ਼ਾਮ ਦੇ ਖਾਣੇ ਤੇ ਮੈਨੂੰ ਆਫਰ ਕੀਤੀ ਵੀ ਤੁਸੀਂ ਉਹ ਜੀ ਆ ਪਰਲਾ ਏਰੀਆ ਤੁਸੀਂ ਦੇਖ ਲਿਓ। ਮੈਂ ਇਹ, ਕਿਉਂਕਿ ਅਸੀਂ ਕਿਸੇ ਦਾ ਨਾਂ ਨਹੀਂ ਲੈ ਰਹੇ, ਲੇਕਿਨ ਬਹੁਤ ਸਮਝਣ ਵਾਲੇ ਸਮਝ ਜਾਂਦੇ ਆ, ਲੇਕਿਨ ਉਹ ਕਹਿੰਦੇ ਲੀਕ ਮਾਰੇ ਕਿ ਸਾਡਾ ਧੰਦਾ ਨਹੀਂ, ਸਿਆਸਤ ਕਰਨ ਆਏ ਆ। ਲੇਕਿਨ ਉਸ ਤੋਂ ਬਾਅਦ ਉਹ ਨੇਰੀ ਐਸੀ ਵਗੀ, ਦਰਿਆ ਜਿਹਨੂੰ ਕਹਿੰਦੇ ਨਹਿਰਾਂ, ਕੱਸੇ, ਸੂਏ, ਜਿੱਥੋਂ ਵੀ ਰੇਤ ਲੰਘਦੀ ਸੀ, ਫਿਰ ਰੇਤ ਹੋ ਗਈ, ਤੇ ਉਸ ਰੇਤ ਨਾਲ ਕਈ ਮੰਜ਼ਲਾ ਮਕਾਨ ਉਸਰ ਗਏ। ਲੇਕਿਨ ਪੰਜਾਬ ਦਾ ਖਜ਼ਾਨਾ ਜਿਹਦੇ 'ਚ ਉਹ ਪੈਸੇ ਜਾਣੇ ਸੀ, ਉਹ ਤਰਸਦਾ ਰਹਿ ਗਿਆ। ਖੈਰ ਛੱਡ ਦਿੰਨੇ ਜੀ ਇਸ ਮਸਲੇ ਨੂੰ ਇੱਥੇ ਹੀ। ਮੁੱਖ ਮੰਤਰੀ ਸਾਹਿਬ ਕਹਿੰਦੇ ਕਰ ਦੇਣਗੇ ਤਾਂ ਫਿਰ ਕਰ ਹੀ ਦੇਣਗੇ। ਵੈਸੇ ਮੈਨੂੰ ਇਹ ਦੱਸਿਓ, ਕਹਿੰਦੇ ਜੀ ਤਹਿਸੀਲਾਂ 'ਚ ਕੰਮ ਬੜਾ ਸ਼ਾਨਦਾਰ ਹੋਊਗਾ। ਕੌਣ ਨਹੀਂ ਜਾਣਦਾ ਕਿ ਇਹ ਕਿਸੇ ਵੀ ਰਜਿਸਟਰੀ ਕਰਾਉਣ ਵੇਲੇ, ਦੇਖੋ ਪੰਜਾਬ ਵਾਸੀਓ, ਅੱਖਾਂ ਮੀਟ ਲਓ, ਵੱਖਰੀ ਗੱਲ ਆ। ਉਹ ਕਹਿੰਦੇ ਹੁੰਦੇ ਨਾ, ਕਬੂਤਰ ਅੱਖਾਂ ਮੀਟ ਕੇ ਬੈਠਾ ਰਹੂਗਾ, ਲੇਕਿਨ ਬਿੱਲੀ ਨੂੰ ਦਿਸਣੋਂ ਨਹੀਂ ਹਟਣਾ, ਉਹਨੇ ਝਪਟਣਾ ਹੀ ਆ। ਜੇ ਕੋਈ ਇਹ ਕਹਿੰਦਾ ਹੈ ਕਿ ਕਰਪਸ਼ਨ ਕਚਹਿਰੀਆਂ ਤਹਿਸੀਲਾਂ 'ਚ ਨਹੀਂ ਹੁੰਦੀ, ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਹੁੰਦੀਆਂ, ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜੋ ਕੰਮ ਚੱਲ ਰਿਹਾ, ਉੱਥੇ ਰਿਸ਼ਵਤ ਕੋਈ ਨਹੀਂ, ਪੂਰਾ ਪਾਰਦਰਸ਼ੀ ਕੰਮ ਹੈ। ਰਿਸ਼ਵਤ ਲੀਗਲਾਈਜ਼ ਕਰਤੀ ਗਈ ਆ, ਪਤਾ ਹੁੰਦਾ ਹੈ। ਰਜਿਸਟਰੀ ਕਰਾਉਣ ਗਏ ਨੂੰ ਵੀ ਪਤਾ ਹੁੰਦਾ ਵੀ ਇੰਨੀ ਫੀਸ ਹੈਗੀ ਆ। ਜਦੋਂ ਤੁਸੀਂ ਆਨਲਾਈਨ ਫੀਸ ਭਰਤੀ, ਉਸ ਤੋਂ ਬਾਅਦ ਜਿਸ ਤਹਿਸੀਲਦਾਰ ਨੇ ਰਜਿਸਟਰੀ ਕਰਨੀ ਆ, ਮੈਨੂੰ ਇਹ ਦੱਸਿਓ, ਉਹਨੂੰ ਤਨਖਾਹ ਮਿਲਦੀ ਆ ਸਰਕਾਰ ਦੀ, ਏਸੀ 'ਚ ਬੈਠੇ ਹੋਇਆ। ਫਿਰ ਜਿਹੜੀ ਉਹ ਫੀਸ ਆ, ਉਹ ਕਿੰਨੇ ਹਿੱਸਿਆਂ 'ਚ ਵੰਡ ਹੁੰਦੀ ਆ, ਅੱਜ ਤੱਕ ਅੰਕੜੇ ਬਦਲਦੇ ਰਹਿੰਦੇ ਆ। ਮੈਨੂੰ ਇਹ ਦੱਸਣ ਪੋਲੀਟੀਸ਼ੀਅਨ, ਮੁੱਖ ਮੰਤਰੀ ਸਾਹਿਬ ਇਹਦੇ ਤੇ ਜ਼ਰੂਰ ਐਕਸ਼ਨ ਲੈਣ। ਜੇ ਚੰਨੀ ਸਾਹਿਬ ਜੜ ਤੋਂ ਆਉਂਦੇ ਨੇ, ਪਿੰਡ ਤੋਂ ਆਉਂਦੇ ਨੇ, ਗਰੀਬੀ ਤੋਂ ਆਉਂਦੇ ਆ, ਤਾਂ ਲਗਭਗ 2 ਤੋਂ 3 ਹਜ਼ਾਰ ਰੁਪਇਆ ਹਰੇਕ ਰਜਿਸਟਰੀ ਦੇ ਨਾਲ ਇੱਕ ਜਾਂਦਾ ਹੈ। ਉਹ ਕਿੰਨਾ ਰਾਵਾਂ ਤੇ ਜਾਂਦਾ, ਕਿੱਥੇ ਜਾਂਦਾ, ਕਦੇ ਕਿਸੇ ਨੇ ਨਹੀਂ ਦੱਸਿਆ। ਸਾਨੂੰ ਪਤਾ ਸਿਸਟਮ ਨੂੰ ਚੈਲੰਜ ਕਰੋਗੇ, ਚੁਣੌਤੀਆਂ ਤੁਹਾਡੇ ਮੂਹਰੇ ਖੜੀਆਂ ਹੋ ਜਾਣਗੀਆਂ, ਲੇਕਿਨ ਸਾਹ ਤਾਂ ਸਵਾਸ ਤਾਂ ਬਹੁਤ ਥੋੜੇ ਹੁੰਦੇ ਆ। ਹਾਰਟ ਅਟੈਕ ਵੀ ਆਉਂਦੇ ਆ, ਤੇ ਚੁੱਪ ਚਪੀਤੇ ਜਾਂਦੇ ਜਾਂਦੇ ਵੀ ਕਈ ਲੋਕ ਦਿਲ ਛੱਡ ਗਏ ਤੇ ਮਰ ਗਏ। ਕਰੋਨਾ ਦੇ ਵਿੱਚ ਬਹੁਤਿਆਂ ਨੇ ਮਰਨ ਦੇ ਡਰੋਂ ਹੀ ਸਵਾਸ ਤਿਆਗ ਤੇ। ਪਰ ਅਸੀਂ ਇਸ ਤਰ੍ਹਾਂ ਦੀਆਂ ਚੁਣੌਤੀਆਂ ਸਵੀਕਾਰ ਕਰਾਂਗੇ ਕਿ ਜੇ ਕਰਪਸ਼ਨ ਬੰਦ ਕਰਨੀ ਆ, ਤਾਂ ਜਿਹੜੀ ਜੜ ਆ, ਹਜ਼ਾਰਾਂ ਕਰੋੜ ਦਾ ਮਹੀਨੇ ਦਾ ਕਾਰੋਬਾਰ, ਜਾਂ ਤੁਸੀਂ ਦੇਖ ਹੀ ਰਹੇ ਹੋ ਸੈਂਕੜੇ ਕਰੋੜ ਦਾ, ਉਹ ਖਜ਼ਾਨੇ 'ਚ ਜਾਣੇ ਸੀ ਕਿ ਪੈਸੇ, ਜਾਂ ਉਹ ਲੋਕਾਂ ਦੇ ਪੈਸੇ ਨੇ। ਸੋ ਇੱਕ ਹੋਰ ਪਹਿਲੂ ਇਹਦੇ 'ਚ ਕਿ ਕਈ ਥਾਈਂ ਰਜਿਸਟਰੀਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ, 20 ਲੱਖ ਦੀ ਰਜਿਸਟਰੀ ਸਰਕਾਰੀ ਖਜ਼ਾਨੇ 'ਚ 3 ਲੱਖ ਦੀ ਦਿਖਾਈ ਜਾ ਰਹੀ ਹੈ, 4 ਲੱਖ ਦੀ ਦਿਖਾਈ ਜਾ ਰਹੀ ਹੈ। ਅਸੀਂ ਯਾਰ ਕਿਹੜੇ ਰਸਤੇ ਤੇ ਪੈ ਗਏ ਹਾਂ? ਸਾਡੇ ਡੀਸੀ ਜਿਹੜੇ ਉਹ ਕਲੈਕਟਰ ਰੇਟ ਤੈਅ ਕਰਨ ਲੱਗਿਆ ਕਿੱਥੇ ਚਲੇ ਜਾਂਦੇ ਆ। ਪਲਾਟਸ ਦੀਆਂ ਰਜਿਸਟਰੀਆਂ 2-2 ਕਰੋੜ ਦੀਆਂ ਹੁੰਦੀਆਂ ਨੇ ਅੱਜ ਕੱਲ, ਲੇਕਿਨ ਦਿਖਾਈ ਜਾਂਦੀ ਹੈ 10 ਲੱਖ ਦੀ, 20 ਲੱਖ ਦੀ, 15 ਲੱਖ ਦੀ। ਸਰਕਾਰੀ ਖਜ਼ਾਨੇ ਨੂੰ ਚੁੱਪ ਚਪੀਤੇ ਇੰਨੀ ਸਾਰੀ ਜਿਹੜੀ ਚਪਤ ਲੱਗ ਜਾਂਦੀ ਹੈ। ਮੈਨੂੰ ਇੱਥੇ ਦੱਸਿਓ, ਟਿੱਪਣੀ ਕਰਿਓ
ਚੰਨੀ ਸਾਹਿਬ ਤੁਸੀਂ ਤਾਂ ਸਭ ਜਾਣਦੇ ਹੋ, ਮਹਿਲਾਂ ਵਾਲੇ ਤਾਂ ਸ਼ਾਇਦ ਨਾ ਜਾਣਦੇ ਹੋਣ। ਇੱਥੇ ਪਾਓ ਕਾਰਵਾਈ, ਮਰੋੜੋ ਬਾਂਹ, ਜਰਾ ਪਤਾ ਲੱਗੇ ਵੀ ਅਨਿਲ ਕਪੂਰ ਵਰਗਾ, ਨਾਇਕ ਫਿਲਮ ਵਰਗਾ ਸੱਚਮੁੱਚ ਹੀ ਮੁੱਖ ਮੰਤਰੀ ਹੋ ਸਕਦਾ। ਕਰੋ, 3 ਮਹੀਨੇ ਤੁਹਾਡੇ ਕੋਲ ਆ, ਗਾਂ ਕਿੰਨੇ ਵੇਖਿਆ, ਕੌਣ ਜਾਣਦਾ ਕਦੋਂ ਕੀ ਹੋਣ ਵਾਲਾ। ਅੱਜ ਕੋਲ ਆ, ਅੱਜ ਨੂੰ ਵਰਤ ਦਿਓ। ਕੀ ਕਹਿੰਦੇ ਹੋ? ਬਿਲਕੁਲ, ਜਦ ਵੀ ਕੋਈ ਨਵਾਂ ਰਜੀਮ, ਨਵਾਂ ਰਾਜਾ ਆਉਂਦਾ ਹੈ ਤੇ ਉਹਦੇ ਫਰਮਾਨ ਵੀ ਕਾਫੀ ਨਵੇਂ ਹੁੰਦੇ ਨੇ। ਜਦ ਬਾਦਲ ਸਾਹਿਬ 2007 ਵਿੱਚ ਦੁਬਾਰਾ ਮੁੱਖ ਮੰਤਰੀ ਬਣੇ ਸੀਗੇ, ਉਹਨਾਂ ਨੇ ਕਿਹਾ ਸੀ ਵੀ ਆਪਾਂ VIP ਕਲਚਰ ਖਤਮ ਕਰ ਦਾਂਗੇ, ਕੋਈ ਰੂਟ ਨਹੀਂ ਲੱਗੇਗਾ, ਲਾਲ ਬੱਤੀ ਖਤਮ। ਪਰ ਉਹ ਲਾਲ ਬੱਤੀ ਦੀ ਜਗ੍ਹਾ ਦੂਜੇ ਹੁਣ ਹੂਟਰ ਵਗੈਰਾ ਜਾਂ ਉਹ ਸਾਰਾ ਕੁਝ ਉੱਦਾਂ ਹੀ ਹੈਗਾ। ਔਰ ਤਹਿਸੀਲਦਾਰਾਂ ਨੂੰ ਕੋਈ ਵਗਾਰ ਨਹੀਂ ਪਾਈ ਜਾਏਗੀ, ਇਹ ਵੀ ਗੱਲ ਉਹਨਾਂ ਨੇ ਕਹੀ ਸੀਗੀ। ਪਰ ਉਹੀ ਤਹਿਸੀਲਦਾਰ ਜਦ ਮੁੱਖ ਮੰਤਰੀ ਜਾਂ ਕੋਈ ਵੱਡਾ VIP ਕਿਸੇ ਵੀ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਤੇ ਉਹੀ ਤਹਿਸੀਲਦਾਰ ਆਪਣੀ ਡਿਊਟੀਆਂ ਨਿਭਾ ਰਹੇ ਨੇ। ਕਰਪਸ਼ਨ ਨੂੰ ਖਤਮ ਕਰਨਾ ਹੈ ਤੇ ਫਿਰ ਵੰਗਾਰਾਂ ਤੁਹਾਨੂੰ ਨਹੀਂ ਪਾਣੀ ਹੋਣਗੀਆਂ, ਕਿਉਂਕਿ ਹਮੇਸ਼ਾ ਇਹ ਹੁੰਦਾ ਰਿਹਾ। ਕੋਈ ਵੀ VIP ਜਦ ਕੋਈ ਮੂਵਮੈਂਟ ਕਰਦਾ ਹੈ ਤੇ ਉਹਦੀ ਵੰਗਾਰਾਂ ਅਫਸਰਾਂ ਨੂੰ ਸਹਿਣੀ ਪੈਂਦੀ ਹੈ। ਕਰਪਸ਼ਨ ਨੂੰ ਖਤਮ ਕਰਨ ਦੀ ਗੱਲ ਹਰ ਮੁੱਖ ਮੰਤਰੀ ਕਰਦਾ। ਅੱਜ ਵੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ ਬਿਆਨ ਆਇਆ ਕਿ ਹੁਣ ਹੋਏਗਾ ਖਤਮ VIP ਕਲਚਰ। ਪਹਿਲੇ ਦਿਨ, ਪਹਿਲੇ ਹਫਤੇ, ਪਹਿਲੇ ਮਹੀਨੇ ਜਦ ਵੀ ਕੋਈ ਨਵਾਂ ਮੁੱਖ ਮੰਤਰੀ ਬਣਦਾ ਹੈ ਜਾਂ ਕੋਈ ਨਵਾਂ ਰਜੀਮ ਚੇਂਜ ਹੁੰਦਾ ਹੈ ਤੇ ਉਹ ਗੱਲਾਂ ਬਹੁਤ ਵਧੀਆ ਲੱਗਦੀਆਂ। ਲੱਗਦਾ ਹੈ ਕਿ ਬਈ ਹੁਣ ਆ ਗਿਆ ਰਾਮ ਰਾਜ ਤੇ ਹੁਣ ਸਾਰਾ ਕੁਝ ਠੀਕ ਹੋ ਜਾਏਗਾ। 9 ਵਜੇ ਅਫਸਰਾਂ ਨੂੰ, ਮੁਲਾਜ਼ਮਾਂ ਨੂੰ ਆਪਣੀ ਸੀਟ ਤੇ ਬੈਠਣ ਦੇ ਆਰਡਰ ਤੇ ਕੱਲ ਉਹ ਕਰਤੇ, ਪਰ 9 ਵਜੇ ਉਹ ਬੈਠਣਗੇ ਜਾਂ ਨਹੀਂ ਬੈਠਣਗੇ, ਉਹ ਸਿਸਟਮ ਉਹ ਕਿੱਦਾਂ ਚੈੱਕ ਹੋਏਗਾ, ਹਜੇ ਉਹ ਹੋਣਾ ਬਾਕੀ ਹੈਗਾ। ਕਰਪਸ਼ਨ ਹਰ ਦਫ਼ਤਰ ਦੇ ਵਿੱਚ ਹੈ। ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਪਹੁੰਚ ਜਾਓ ਜਿੱਥੇ ਪਬਲਿਕ ਡੀਲਿੰਗ ਹੈਗੀ ਹੈ, ਉੱਥੇ ਬਿਨਾਂ ਪੈਸੇ ਦਿੱਤੇ ਕੰਮ ਨਹੀਂ ਹੁੰਦੇ। ਭਾਵੇਂ ਉਹ ਜਿਹੜੀ RT ਅਥਾਰਟੀ ਹੈਗੀ ਹੈ ਜਾਂ ਤਹਿਸੀਲਾਂ ਹੈਗੀ ਹੈ ਜਾਂ ਕੁਛ ਵੀ ਹੈਗਾ ਹੈ, ਬਿਲਕੁਲ ਸਿਸਟਮ ਉੱਦਾਂ ਚੱਲਦਾ ਹੈ। ਰਾਈਟ ਟੂ ਜਿਹੜਾ ਸਰਵਿਸ ਐਕਟ ਸੁਖਬੀਰ ਬਾਦਲ ਉਹਨਾਂ ਦੇ ਟਾਈਮ ਆਇਆ ਸੀਗਾ, ਉਹ ਦੇਖਣ ਨੂੰ ਬੜਾ ਚੰਗਾ ਲੱਗਦਾ ਸੀਗਾ। ਇੱਦਾਂ ਲੱਗਦਾ ਸੀਗਾ ਵੀ ਹੁਣ ਤੇ ਤੁਸੀਂ ਅਗਰ ਕੋਈ ਕੰਮ ਸਰਕਾਰੀ ਦਫ਼ਤਰਾਂ ਤੋਂ ਕਰਾਉਣਾ ਹੈ ਤੇ ਐਪਲੀਕੇਸ਼ਨ ਦਿਓ, ਡੇਟ ਨੋਟ ਕਰਕੇ ਬਹਿ ਜਾਓ, ਜੇ ਇੰਨੇ ਦਿਨਾਂ ਦੇ ਵਿੱਚ ਕੰਮ ਨਹੀਂ ਹੋਇਆ ਤੇ ਫਿਰ ਅਫਸਰ ਟੰਗ ਦਿੱਤਾ ਜਾਏਗਾ। ਪਰ ਕੀ ਹੋਇਆ? ਮੈਨੂੰ ਨਹੀਂ ਲੱਗਦਾ ਕਿ ਕੋਈ ਖਾਸ, ਕੀ ਬਿਲਕੁਲ ਵੀ ਫਰਕ ਨਹੀਂ ਪਿਆ। ਹੁਣ ਚੰਨੀ ਉਹਨਾਂ ਕੁਛ ਇੱਦਾਂ ਦਾ ਕਰਦੇ ਹੈ, ਕਰਪਸ਼ਨ ਨੂੰ ਥੱਲੋਂ ਖਤਮ ਕਰਦੇ ਹੈ ਜਾਂ ਉੱਤੋਂ ਖਤਮ ਕਰਦੇ ਹੈ। ਇਹ ਗੱਲ ਤੇ ਸਿਆਸੀ ਸਰਕਲ ਦੇ ਵਿੱਚ ਕਈ ਵਾਰ ਹੁੰਦੀ ਹੈ ਵੀ ਕਰਪਸ਼ਨ ਕੋਈ ਕਹਿੰਦਾ ਉੱਤੋਂ ਖਤਮ ਹੋਏਗੀ, ਕੋਈ ਕਹਿੰਦਾ ਪਹਿਲੇ ਥੱਲੋਂ ਖਤਮ ਕਰੋ। ਪਰ ਥੱਲੋਂ ਉੱਤੋਂ ਇਕੱਠਾ ਹਮਲਾ ਮਾਰਨਾ ਪਏਗਾ ਤਾਂ ਜਾ ਕੇ ਕਰਪਸ਼ਨ ਖਤਮ ਹੋਏਗੀ। ਉਹਦੇ ਵਾਸਤੇ ਤੁਹਾਡੀ ਨੀਅਤ ਸਾਫ਼ ਹੋਣੀ ਬਹੁਤ ਜ਼ਰੂਰੀ ਹੈ। ਉਸ ਨੀਅਤ ਦੇ ਉੱਤੇ ਹਮੇਸ਼ਾ ਇੱਕ ਕੁਐਸਚਨ ਮਾਰਕ ਲੱਗਿਆ ਹੁੰਦਾ ਹੈ ਕਿ ਗੱਲਾਂ ਕਹਿਣ ਦੀਆਂ ਕੁਝ ਹੁੰਦੀਆਂ, ਕਰਨ ਦੀਆਂ ਕੁਝ ਹੁੰਦੀਆਂ। ਪਰ ਚਲੋ ਸਾਨੂੰ ਆਸ ਹੈ, ਜਦ ਅਸੀਂ ਕੱਲ ਚੰਨੀ ਉਹਨਾਂ ਦੀ ਕਹਾਣੀਆਂ ਸੁਣ ਰਹੇ ਸੀਗੇ, ਚੰਨੀ ਉਹਨਾਂ ਦੇ ਜੀਵਨ ਦੇ ਬਾਰੇ 'ਚ, ਰਿਕਸ਼ਾ ਚਲਾਉਣ ਤੋਂ ਲੈ ਕੇ ਟੈਂਟ ਹਾਊਸ ਤੋਂ MC ਤੋਂ CM, ਉਹਦੇ ਉਸ ਕਹਾਣੀ ਦੇ ਵਿੱਚ ਇੱਕ ਦਰਦ ਤੇ ਨਜ਼ਰ ਆਉਂਦਾ ਸੀਗਾ। ਪਰ ਅੱਜ ਵੀ ਉਹਨਾਂ ਬਹੁਤ ਸੌਖੇ ਨੇ। ਉਹ ਦਿਨ ਪੁਰਾਣੇ, ਸੌਖੇ ਦਿਨਾਂ ਵਿੱਚ ਪੁਰਾਣੀ ਗੱਲਾਂ ਨੂੰ ਯਾਦ ਕਰਕੇ ਲੋਕਾਂ ਨੂੰ ਤੇ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਪਰ ਲੋਕਾਂ ਦੇ ਕੰਮ ਉਸ ਤਰੀਕੇ ਨਾਲ ਹੀ ਹੋਣ। ਆਪਣੇ ਜੀਵਨ ਦਾ ਦੁੱਖ ਸੁਣਾ ਕੇ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਤੇ ਕਰ ਸਕਦੇ ਹੋ, ਪਰ ਉਸ ਦੁੱਖ ਦੇ ਰਾਹੀਂ ਲੋਕਾਂ ਦੇ ਦੁੱਖਾਂ ਨੂੰ ਦੂਰ ਨਹੀਂ ਕਰ ਸਕਦੇ। ਪਰ ਚਲੋ, ਅਸੀਂ ਕਿਸੇ ਵੀ ਨੈਗੇਟਿਵ ਨੋਟ ਤੇ ਚੰਨੀ ਉਹਨਾਂ ਦੇ ਜਿਹੜੇ ਨਵੇਂ CM ਦੇ ਰੂਪ ਵਿੱਚ ਉਹਨਾਂ ਨੂੰ ਕੱਲ ਹੀ ਉਹਨਾਂ ਨੇ ਸਹੁੰ ਚੱਕੀ ਹੈ, ਤੇ ਥੋੜਾ ਜਿਹਾ ਟਾਈਮ ਦੇਣ ਤੋਂ ਬਾਅਦ ਅਸੀਂ ਇਹਨਾਂ ਗੱਲਾਂ ਦੇ ਉੱਤੇ ਗੱਲਬਾਤ ਵੀ ਕਰਾਂਗੇ। ਔਰ ਸਾਨੂੰ ਪੂਰੀ ਉਮੀਦ ਹੈ ਕਿ ਚੰਨੀ ਉਹਨਾਂ ਜਿਸ ਤਰੀਕੇ ਨਾਲ ਪਹਿਲੇ ਦਿਨ ਚੱਲੇ ਹੈ, ਔਰ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਅਨਿਲ ਕਪੂਰ ਜਿਹੜੇ ਨਾਇਕ ਫਿਲਮ ਦੇ ਹੀਰੋ ਸੀਗੇ, ਔਰ ਵਾਕਈ ਕਿਸੇ ਵੀ ਪੋਲੀਟੀਸ਼ੀਅਨ ਵਾਸਤੇ ਉਹ ਆਪਣੇ ਆਪ ਵਿੱਚ ਉਹ ਵਿਅਕਤੀ ਬਣ ਕੇ ਉਭਰੇ ਸੀਗੇ ਜਿਹਨੇ ਇੱਕ ਦਿਨ ਵਿੱਚ ਪੂਰੀ ਸਰਕਾਰ ਚਲਾਤੀ ਸੀ। ਚੰਨੀ ਉਹਨਾਂ ਕੋਲ ਤਾਂ 3 ਮਹੀਨੇ 4 ਮਹੀਨੇ ਹੈਗੇ ਹੈ। ਇਹਨਾਂ 4 ਮਹੀਨਿਆਂ ਦੇ ਵਿੱਚ ਲੋਕਾਂ ਦਾ ਕਿੰਨਾ ਕੁ ਭਲਾ ਕਰਦੇ ਆ, ਇਹ ਤੇ ਹਜੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਬਿਲਕੁਲ ਭਾਸਕਰ ਸਾਹਿਬ, ਜੇਕਰ ਤੁਸੀਂ ਸੱਚਮੁੱਚ ਬਾਬੂਸ਼ਾਹੀ, ਅਫਸਰਸ਼ਾਹੀ ਨੂੰ ਚਾਹੁੰਦੇ ਹੋ ਕਿ ਉਹ 9 ਵਜੇ ਦਫ਼ਤਰਾਂ 'ਚ ਹੋਵੇ, ਤਾਂ ਕਲਚਰ ਵਿਕਸਿਤ ਕਰਨ ਲਈ ਪਹਿਲਾਂ ਸਭ ਤੋਂ ਉੱਪਰਲੇ ਬੰਦੇ ਨੂੰ ਪੂਰੇ 9 ਵਜੇ ਸੈਕਟਰੀਏਟ ਦੇ ਵਿੱਚ ਹੋਣਾ ਚਾਹੀਦਾ। ਵੱਖਰੀ ਗੱਲ, ਅੱਜ ਉਹਨਾਂ ਦੇ ਆਪਣੇ ਰੁਝੇਵੇਂ ਆ, ਉਹ ਦਿੱਲੀ ਨੂੰ ਉਹਨਾਂ ਜਾਣਾ ਹੈ, ਹੋ ਸਕਦਾ 9 ਵਜੇ ਆਪਣੇ ਦਫ਼ਤਰ 'ਚ ਗਏ ਵੀ ਹੋਣ, ਸਾਨੂੰ ਨਹੀਂ ਪਤਾ, ਕਿਉਂਕਿ ਹੁਣ ਅਸੀਂ ਪ੍ਰੋਗਰਾਮ ਕਰ ਰਹੇ ਹਾਂ, 9 ਵੱਜਣ ਵਾਲੇ ਆ, ਲਗਭਗ 5-7 ਮਿੰਟ ਰਹਿ ਗਏ। ਮੈਨੂੰ ਇੰਝ ਲੱਗਦਾ ਹੈ ਕਿ ਜੇਕਰ ਤੁਸੀਂ ਆਦਰਸ਼ ਸਥਾਪਿਤ ਕਰਨੇ ਆ, ਤੁਹਾਨੂੰ ਆਦਰਸ਼ਵਾਦੀ ਹੋਣਾ ਪਊਗਾ। ਔਰ ਜਿਹੜਾ ਇਹ ਕਲਚਰ ਜਿਹੜਾ ਇਹ ਵਿਗੜਿਆ, ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਵਿੱਚ ਬੈਠੇ ਰਹਿਣ ਨਾਲ, ਸੈਕਟਰੀਏਟ ਤੋਂ ਬਿਲਕੁਲ ਕੰਡ ਕਰ ਲੈਣ ਨਾਲ ਹੋਇਆ। ਔਰ ਅਫਸਰਸ਼ਾਹੀ ਬੇਲਗਾਮ ਹੋਈ ਆ।
ਕੋਈ ਕਿਸੇ ਜਗ੍ਹਾ ਤੇ ਕੋਈ ਕਿਸੇ ਦਾ ਸ਼ਡਿਊਲ ਨਹੀਂ ਸੀ, ਕੋਈ ਪਤਾ ਨਹੀਂ ਸੀ ਹੁੰਦਾ ਵੀ ਕਦੋਂ ਕਿੰਨੇ ਕਿੱਥੇ ਆਉਣਾ ਹੈ। ਖੈਰ ਆਪਾਂ ਛੱਡਦੇ ਇਸ ਗੱਲ ਨੂੰ। ਜਿਹੜਾ ਦਿੱਲੀ ਵੱਲ ਦੀ ਉਡਾਰੀ ਆ, ਭਾਸਕਰ ਸਾਹਿਬ ਤੁਹਾਡੀ ਵੀ ਆਵਾਜ਼ ਅੱਖ ਰਹਿੰਦੀ ਆ, ਮੈਨੂੰ ਇਹ ਦੱਸਿਓ ਦਿੱਲੀ ਵੱਲ ਦੀ ਉਡਾਰੀ ਦੇ ਵਿੱਚ ਇੱਕ ਤਾਂ ਨਿਰਧਾਰਤ ਕਰਨੇ ਹੋਣਗੇ ਜਾਂ ਵਿਚਾਰ ਵਟਾਂਦਰਾ ਕਰਨਾ ਹੋਊਗਾ ਕਿ ਹੁਣ ਨਵੀਂ ਟੀਮ 'ਚ ਵਜ਼ੀਰ ਕਿਹੜੇ ਲੈਣੇ। ਦੇਖੋ ਸਵਾਲ ਬੜਾ ਵੱਡਾ ਹੈ ਕਿ ਹੁਣ 2 ਵਾਰੀਆਂ ਜਾਂ 3 ਵਾਰੀਆਂ 'ਚ ਕਰਕੇ ਵਜ਼ੀਰ ਲੈਣ ਦਾ ਟਾਈਮ ਨਹੀਂ, ਕਿਉਂਕਿ 5 ਸਾਲ ਨਹੀਂ ਗੇ, ਮਹੀਨੇ ਸਿਰਫ 3 ਆ, 100 ਦਿਨ ਆ, ਤੇ ਇਹਨਾਂ ਨੂੰ ਇਨ ਵਨ ਗੋ ਇੱਕੋ ਵਾਰੀ ਦੇ ਵਿੱਚ ਵਨ ਸ਼ਾਟ ਇਹਨਾਂ ਨੂੰ ਸਾਰੇ ਵਜ਼ੀਰ ਲਾਉਣੇ ਪੈਣਗੇ ਤੇ ਤਵਾਜ਼ਨ ਵੀ ਬਿਠਾਉਣਾ ਪਊਗਾ, ਕਿਉਂਕਿ ਹੁਣ ਇਸ ਵੇਲੇ ਮਾਝੇ 'ਚੋਂ 2 ਡਿਪਟੀ ਸੀਐਮ ਲੱਗ ਗਿਆ, ਮਾਲਵਾ ਪੂਰੀ ਤਰ੍ਹਾਂ ਅਜੇ ਪਾਸੇ ਰੱਖਿਆ ਗਿਆ। ਮਨਪ੍ਰੀਤ ਬਾਦਲ ਵੱਡੇ ਵਜ਼ੀਰ ਹੋਣਗੇ 'ਚ ਕੋਈ ਦੋਰਾਮਾ ਨਹੀਂ, ਉਹ ਮਾਲਵੇ ਤੋਂ ਆਉਣਗੇ, ਮਾਲਵੇ ਦੀ ਧੁਰ ਬੈਲਟ 'ਚੋਂ ਆਉਣਗੇ। ਹੋਰ ਕਿਹੜੇ ਵਜ਼ੀਰ ਆ, ਕਿੰਨੇ ਵਜ਼ੀਰ ਬਦਲੇ ਜਾਣਗੇ। ਧਰਮਸੋਤ ਦੇ ਜਾਣ ਦੀਆਂ ਖਬਰਾਂ ਨੇ, ਕਾਂਗੜ ਦੇ ਜਾਣ ਦੀਆਂ ਖਬਰਾਂ ਬਾਰ-ਬਾਰ ਆ ਰਹੀਆਂ ਨੇ, ਔਰ ਖਾਸ ਤੌਰ ਤੇ ਗੁਰਦਾਸਪੁਰ ਦੇ ਇੱਕ ਮਹਿਲਾ ਮੰਤਰੀ ਆ ਅਰੁਣਾ ਚੌਧਰੀ, ਉਹਨਾਂ ਦੀ ਵੀ ਸ਼ਾਇਦ ਛੁੱਟੀ ਹੋਣ ਦੀਆਂ ਗੱਲਾਂ ਹੁੰਦੀਆਂ। ਰਾਜਕੁਮਾਰ ਵੇਰਕਾ ਦੇ ਮੁੜ ਆਉਣ ਦੀਆਂ ਗੱਲਾਂ ਹੋ ਰਹੀਆਂ ਕਿ ਉਹਨਾਂ ਨੂੰ ਸ਼ਾਇਦ ਮੌਕਾ ਮਿਲ ਜੇ। ਜਿਹੜੇ ਸਪੀਕਰ ਵਿਧਾਨ ਸਭਾ ਦੇ ਨੇ ਉਹਨਾਂ ਨੂੰ ਸ਼ਾਇਦ ਮਿਨਿਸਟਰ ਬਣਾਇਆ ਜਾਵੇ। ਬ੍ਰਹਮ ਮਹਿੰਦਰਾ ਨੂੰ ਸਪੀਕਰ ਬਣਾਉਣ ਦੀਆਂ ਗੱਲਾਂ ਹੋ ਰਹੀਆਂ। ਸੋ ਮੈਨੂੰ ਜ਼ਰਾ ਨਜ਼ਰ ਮਾਰ ਕੇ ਦੱਸਿਓ ਬੈਲੈਂਸ ਕਿਵੇਂ ਬਣੂਗਾ, ਕੌਣ ਡ੍ਰੌਪ ਹੋ ਸਕਦੇ ਆ, ਕਿ ਮਾਝੇ ਵਿੱਚੋਂ ਹੋਰ ਕਾਫੀ ਸਾਰੇ ਵਜ਼ੀਰ ਲੈਣ ਦੀ ਸੰਭਾਵਨਾ ਹੈਗੀ ਆ, ਕਿਸ ਤਰ੍ਹਾਂ ਦੀਆਂ ਸਥਿਤੀਆਂ, ਜਾਂ ਮਾਲਵੇ ਦੇ ਵਿੱਚ ਬੈਲੈਂਸ ਕਿਵੇਂ ਬਣੂਗਾ। ਸਭ ਤੋਂ ਜ਼ਿਆਦਾ ਸੀਟਾਂ ਮਾਲਵੇ 'ਚੋਂ ਆਉਂਦੀਆਂ, ਬਾਦਲਾਂ ਦਾ ਉਹ ਗੜ੍ਹ ਆ, ਆਮ ਆਦਮੀ ਪਾਰਟੀ ਵੀ ਸਭ ਤੋਂ ਵੱਧ ਮਾਲਵੇ 'ਚ ਹੀ ਤਗੜੀ ਆ। ਸੋ ਇਹ ਸੰਤੁਲਨ ਬਣਾਉਣ ਲਈ ਕਾਫੀ ਮੱਥਾ ਪੱਚੀ ਕਰਨੀ ਹੋਊਗੀ। ਤੇ ਦੂਜਾ ਸਵਾਲ ਅਸੀਂ ਇਸ ਤੋਂ ਬਾਅਦ ਲੈਂਦੇ ਆ ਕਿ ਅਫਸਰਸ਼ਾਹੀ ਨੂੰ ਚੂਜ਼ ਕਰਨ ਲੱਗਿਆਂ ਧੜਿਆਂ ਦੀ ਰਾਜਨੀਤੀ ਹੋਊਗੀ, ਕੌਣ ਕਿਹਦੇ ਨਾਲ ਜੁੜਿਆ ਹੋਊਗਾ, ਜਾਂ ਮੈਰਿਟ ਤੇ ਫੈਸਲੇ ਹੋਣਗੇ, ਕੀ ਕਹਿੰਦੇ? ਮੈਨੂੰ ਇਹ ਲੱਗਦਾ ਹੈ ਕਿ ਜਿੱਥੇ ਤੱਕ ਨਵੇਂ ਮੰਤਰੀ ਮੰਡਲ ਦੀ ਗੱਲ ਹੈਗੀ ਹੈ, ਪੁਰਾਣੇ ਮੰਤਰੀ ਮੰਡਲ ਵਿੱਚ ਜੋ ਚਿਹਰੇ ਸੀਗੇ, ਜੇ ਆਪਾਂ ਇੱਕ ਕਰਕੇ ਡਿਸਕਸ ਕਰੀਏ ਤੇ ਲੱਗਦਾ ਨਹੀਂ ਕਿ ਰਾਣਾ ਗੁਰਮੀਤ ਸੋਢੀ ਉਹਨਾਂ ਨੂੰ ਨਵੀਂ ਕੈਬਨਿਟ ਦੇ ਵਿੱਚ ਜਗ੍ਹਾ ਮਿਲੇਗੀ। ਜਿਸ ਤਰੀਕੇ ਨਾਲ ਉਹ ਕੈਪਟਨ ਅਮਰਿੰਦਰ ਸਿੰਘ ਦੇ ਰਣਨੀਤੀਕਾਰ ਬਣ ਕੇ ਉਭਰੇ ਸੀਗੇ, ਉੱਦਾਂ ਦੇ ਹਾਲਾਤ ਵਿੱਚ ਉਹਨਾਂ ਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਲੈ ਕੇ ਨਵੇਂ ਮੁੱਖ ਮੰਤਰੀ ਜਾਂ TPCC ਪ੍ਰਧਾਨ ਕੋਈ ਬਹੁਤਾ ਆਪਣੇ ਵਾਸਤੇ ਕੋਈ ਬਹੁਤੀ ਮੁਸੀਬਤ ਲੈਣ ਦੇ ਮੂਡ ਵਿੱਚ ਨਹੀਂ ਹੋਣਗੇ। ਅੱਛਾ, ਇਹਦੇ ਚ ਮੈਂ ਪਹਿਲੇ ਇੱਕ ਗੱਲ ਸ਼ਾਮਲ ਕਰ ਦਿਆਂ ਕਿ ਸੁਨੀਲ ਜਾਖੜ ਦੀਆਂ ਲੱਤਾਂ ਦੇ ਵਿੱਚ ਰੋੜਾ ਡਾਉਣ ਵਾਲੇ ਉਹ ਰਾਣਾ ਗੁਰਮੀਤ ਸੋਢੀ ਸੀਗੇ, ਤੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਅੰਦਾਜ਼ਾ ਤਾਂ ਹੋਊਗਾ ਕਿ ਸੁਨੀਲ ਜਾਖੜ ਐਡੀ ਛੇਤੀ ਘੋੜੀ ਨਹੀਂ ਹੁਣ ਮੈਨੂੰ ਚੜਨ ਦਿੰਦੇ ਲੜਾਈ ਦੇ ਵਿੱਚੋਂ। ਜੇ ਕਿਸੇ ਦਾ ਕੁਝ ਨੁਕਸਾਨ ਕਰੀਏ ਤੇ ਝੱਲਣਾ ਵੀ ਪੈਂਦਾ, ਅੱਗੇ ਤੁਰੋ ਹੁਣ ਤੁਸੀਂ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਔਰ ਦੂਜੇ ਪਾਸੇ ਧਰਮਸੋਤ ਉਹਨਾਂ ਦੇ ਖਿਲਾਫ ਐਲੀਗੇਸ਼ਨ ਲੱਗਿਆ, ਆਪੋਜੀਸ਼ਨ ਨੇ ਪਹਿਲੇ ਹੀ ਮੰਗ ਕਰਨੀ ਸ਼ੁਰੂ ਕੀਤੀ ਹੈ ਵੀ ਇਹਨਾਂ ਨੂੰ ਤੇ ਅੰਦਰ ਕਰੋ। ਤੀਜੇ ਹੋ ਗਏ ਗੁਰਪ੍ਰੀਤ ਸਿੰਘ ਕਾਂਗੜ, ਜਿਨ੍ਹਾਂ ਦੇ ਜਵਾਈ ਨੂੰ ਹੁਣੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਨੌਕਰੀ ਦਿੱਤੀ ਸੀਗੀ, ਹਜੇ ਉਹ ਨੌਕਰੀ ਮਿਲੀ ਵੀ ਨਹੀਂ ਹੈਗੀ, ਪਰ ਉਹ ਵੀ ਕਿਸੇ ਨਾ ਕਿਸੇ ਜਗ੍ਹਾ ਕੈਬਨਿਟ ਤੋਂ ਬਾਹਰ ਨਜ਼ਰ ਆਉਂਦੇ ਨੇ। ਬਲਬੀਰ ਸਿੱਧੂ ਉਹਨਾਂ ਦੇ ਉੱਤੇ ਐਲੀਗੇਸ਼ਨ ਭਾਵੇਂ ਲੱਗੇ ਸੀਗੇ, ਜਦ ਕੋਵਿਡ ਦੀ ਵੈਕਸੀਨ ਆਈ ਸੀ ਉਹਨਾਂ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਉਹ ਵੈਕਸੀਨ ਵੇਚਤੀ ਸੀਗੀ। ਉਹਨਾਂ ਐਲੀਗੇਸ਼ਨ ਦੇ ਰਾਹੀਂ ਲੱਗਦਾ ਨਹੀਂ ਕਿ ਉਹਨਾਂ ਨੂੰ ਬਹੁਤੀ ਕੋਈ ਜਗ੍ਹਾ ਦੁਬਾਰਾ ਮਿਲਣ ਦੇ ਚਾਂਸ ਹੈਗੇ ਨੇ। ਔਰ ਸੁੰਦਰ ਸ਼ਾਮ ਅਰੋੜਾ ਉਹਨਾਂ ਦੇ ਉੱਤੇ ਵੀ ਐਲੀਗੇਸ਼ਨ ਲੱਗੇ ਨੇ। ਯਾਨੀ ਇਹ ਜਿਹੜੇ ਉਹ ਮੰਤਰੀ ਹੈਗੇ ਆ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਸਿਰੇ ਤੋਂ ਨਕਾਰ ਦਿਓ ਤਾਂ ਕੋਈ ਵੱਡੀ ਗੱਲ ਨਹੀਂ ਹੋਏਗੀ। ਹਾਂ, ਰਾਜਨੀਤਿਕ ਕੰਬੀਨੇਸ਼ਨ ਕੋਈ ਇੱਦਾਂ ਦੇ ਬਣ ਰਹੇ ਹੋਣ ਕਿ ਇਹਨਾਂ ਵਿੱਚੋਂ ਕੁਝ ਨੂੰ ਰੱਖਣਾ ਜ਼ਰੂਰੀ ਹੋਏ, ਕਿਉਂਕਿ ਦੋਨੋਂ ਕੈਂਪਾਂ ਦੇ ਵਿੱਚ ਹੁਣ ਕੈਂਪ ਤੇ ਵੰਡੇ ਹੋਏ ਨੇ। ਕੈਂਪ ਤੇ ਇੱਕ ਸਿੱਧੂ ਕੈਂਪ ਕਹਿ ਲਓ, ਜਾਂ ਹੁਣ ਜਿਹੜਾ ਨਵੀਂ ਸਰਕਾਰ ਬਣੀ ਆ ਉਹਦਾ ਕੈਂਪ, ਤੇ ਦੂਜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਕੈਂਪ। ਉਸ ਕੈਂਪ ਦੇ ਵਿੱਚ ਢਾਹ ਲੈਣ ਵਾਸਤੇ ਕੋਈ ਨਾ ਕੋਈ ਬੰਦਾ ਮੰਤਰੀ ਬਣਾਇਆ ਜਾ ਸਕਦਾ ਹੈ। ਪਰ ਨਾਲ ਦੇ ਨਾਲ ਯੰਗ ਬ੍ਰਿਗੇਡ ਦੀ ਗੱਲ ਕਰੀਏ ਤੇ ਰਾਜਾ ਵੜਿੰਗ ਉਹਨਾਂ ਦੇ ਪੂਰੇ ਚਾਂਸਸ ਹੈਗੇ ਨੇ। ਕੁਲਜੀਤ ਨਾਗਰਾ ਉਹਨਾਂ ਦਾ ਵੀ ਨਾਂ ਚੱਲਦਾ ਹੈ। ਪ੍ਰਗਟ ਸਿੰਘ ਜਿਹੜੇ ਖੇਲ ਮੰਤਰੀ ਦੇ ਰੂਪ ਵਿੱਚ ਆਉਣ ਵਾਲੇ ਟਾਈਮ। ਪ੍ਰਗਟ ਸਿੰਘ ਬਾਰੇ ਕਾਫੀ ਹੈ ਕਿ ਉਹ ਸਿੱਧੂ ਦੇ ਖੇਮੇ ਚੋਂ ਕੱਲਾ ਕਾਰਾ ਚਿਹਰਾ ਜੇ ਹੋਣਗੇ ਤਾਂ ਪ੍ਰਗਟ ਸਿੰਘ ਹੋਣਗੇ, ਤੇ ਮੰਤਰਾਲਾ ਵੀ ਉਹਨਾਂ ਨੂੰ ਵਧੀਆ ਮਿਲ ਸਕਦਾ। ਬਿਲਕੁਲ। ਔਰ ਕੁਝ ਨਾ ਹੋਰ ਵੀ ਚੱਲਦੇ ਨੇ। ਅਰੁਣਾ ਚੌਧਰੀ ਉਹਨਾਂ ਦਾ ਨਾਂ ਇੱਧਰ ਵੀ ਚੱਲਦਾ ਤੇ ਉੱਧਰ ਵੀ ਚੱਲਦਾ ਹੈ। ਅਰੁਣਾ ਚੌਧਰੀ ਉਹਨਾਂ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਵੀ ਉਹ ਉਹਨਾਂ ਨੂੰ ਹਟਾ ਰਹੇ ਨੇ ਨਾਲ ਦੇ ਨਾਲ, ਕਿਉਂਕਿ ਅਰੁਣਾ ਚੌਧਰੀ ਉਹਨਾਂ ਦੀ ਰਿਸ਼ਤੇਦਾਰੀ ਮੁੱਖ ਮੰਤਰੀ ਦੇ ਨਾਲ ਹੈਗੀ ਹੈ। ਤਾਂ ਕਿਤੇ ਉਸ ਰਿਸ਼ਤੇਦਾਰੀ ਦੇ ਨਾਲ ਜਾਂ ਰਿਸ਼ਤੇਦਾਰੀ ਦੇ ਖਾਤੇ ਦੇ ਵਿੱਚ ਉਹਨਾਂ ਨੂੰ ਅੰਦਰ ਯਾਨੀ ਕੈਬਨਿਟ ਦੇ ਅੰਦਰ ਜਗ੍ਹਾ ਮਿਲ ਵੀ ਸਕਦੀ ਹੈ। ਇੱਦਾਂ ਦੇ ਹਾਲਾਤ ਵਿੱਚ ਮੁੱਖ ਮੰਤਰੀ ਦਾ ਨਵਜੋਤ ਸਿੰਘ ਸਿੱਧੂ ਉਹਨਾਂ ਦਾ, ਸੁਖਜਿੰਦਰ ਰੰਧਾਵਾ ਉਹਨਾਂ ਦਾ ਦਿੱਲੀ ਜਾ ਕੇ ਕਿਹਦੇ ਨਾਲ ਮਿਲਣਗੇ ਹਜੇ ਇਸ ਗੱਲ ਦਾ ਖੁਲਾਸਾ ਤੇ ਨਹੀਂ ਹੋਇਆ, ਕਿਉਂਕਿ ਗਾਂਧੀ ਪਰਿਵਾਰ ਜਿਹਨੂੰ ਆਪਾਂ ਹਾਈ ਕਮਾਨ ਕਹਿੰਦੇ ਆ ਕਾਂਗਰਸ ਦਾ, ਉਹ ਤੇ ਬੈਠਾ ਹੋਇਆ ਸ਼ਿਮਲਾ। ਜੇ ਚੰਡੀਗੜ੍ਹੋਂ ਸ਼ਿਮਲਾ ਜਾਂਦੇ ਤੇ ਸਮਝ ਆਉਂਦੀ ਸੀ, ਹੁਣ ਚੰਡੀਗੜ੍ਹੋਂ ਦਿੱਲੀ ਜਾ ਰਹੇ ਨੇ।
ਦਿੱਲੀ ਜਾਣ ਦੇ ਦੋ ਹੀ ਮਕਸਦ ਹੋ ਸਕਦੇ ਨੇ, ਕਿਉਂਕਿ ਜਦ ਹਾਈਕਮਾਨ ਬਾਹਰ ਹੁੰਦਾ ਹੈ ਤੇ ਕਿਸੇ ਨਾ ਕਿਸੇ ਨੂੰ ਪਾਵਰ ਦੇ ਕੇ ਜਾਂਦਾ ਨਾ, ਭਾਵੇਂ ਉਹ ਕੇਸੀ ਵੇਣੂਗੋਪਾਲ ਹੋਣ, ਰਣਦੀਪ ਸੁਰਜੇਵਾਲਾ ਹੋਣ ਜਾਂ ਹੋਰ AICC ਦੇ ਵੱਡੇ ਆਗੂ, ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਨਵੀਂ ਕੈਬਨਿਟ ਦਾ ਗਠਨ ਹੋਣ ਦੀ ਸੰਭਾਵਨਾ ਹੈਗੀ ਹੈ। ਇੱਥੇ ਤੱਕ ਕਿ ਅਫਸਰ ਕਿਹੜੇ ਤੇ ਕਿੱਥੇ ਲਾਣੇ ਨੇ, ਕਿਉਂਕਿ ਜਦ ਵੀ ਕੋਈ ਅਫਸਰ DGP ਲੈਵਲ ਤੇ ਜਾਂ ਚੀਫ ਸੈਕਟਰੀ ਲੈਵਲ ਤੇ ਲਾਇਆ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਉਹਦੀ ਇੱਕ ਲਿਸਟ UPSC ਦੇ ਵਿੱਚ ਭੇਜਣੀ ਬਹੁਤ ਜ਼ਰੂਰੀ ਹੁੰਦੀ ਹੈ, ਔਰ ਉਸ ਤੋਂ ਬਾਅਦ ਹੋਮ ਮਿਨਿਸਟਰੀ ਨੂੰ ਵੀ ਭੇਜਣੀ ਜ਼ਰੂਰੀ ਹੁੰਦੀ ਹੈ, ਔਰ ਹੋਮ ਮਿਨਿਸਟਰ ਉਹਨਾਂ ਨਾਵਾਂ ਵਿੱਚੋਂ ਇੱਕ ਨਾਂ ਨੂੰ ਸਿਲੈਕਟ ਕਰਕੇ ਉਹ DGP ਦੀ ਪ੍ਰਵਾਨਗੀ ਦਿੰਦੇ ਨੇ। ਹਜੇ ਤੇ DGP ਉਹ ਦਿਨਕਰ ਗੁਪਤਾ ਹੈਗੇ ਆ, ਉਹ ਕੰਟੀਨਿਊ ਕਰ ਰਹੇ ਨੇ। ਕਈ ਨਾਵਾਂ ਦੀ ਕਨਸੋਵਾਂ ਚੱਲ ਰਹੀਆਂ, ਜਿਹਦੇ ਵਿੱਚ ਚਟੋਪਾਧਿਆ ਉਹਨਾਂ ਦਾ ਨਾਂ, ਸਹੋਤਾ ਉਹਨਾਂ ਦਾ ਨਾਂ, ਹੋਰ ਵੀ ਇੱਕ ਦੋ ਨਾਂ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੀ ਨੌਕਰੀ ਭਾਵੇਂ ਬਹੁਤ ਜ਼ਿਆਦਾ ਬਚੀ ਹੋਈ ਹੈ, ਪਰ ਉਹ ਵੀ ਰੋਹਿਤ ਚੌਧਰੀ ਉਹਨਾਂ ਦਾ ਨਾਂ ਵੀ ਚੱਲਦਾ ਹੈ ਕਿ ਉਹ ਵੀ ਸ਼ਾਇਦ DGP ਦੀ ਰੇਸ ਦੇ ਉੱਤੇ ਵਿੱਚ ਆ ਸਕਦੇ ਨੇ। ਅੱਜ ਕੱਲ੍ਹ ਦੇ ਵਿੱਚ DGP ਨਵੇਂ ਲਾਉਣ ਦੀ ਸੰਭਾਵਨਾ ਤੇ ਹੈਗੀ ਹੈ। ਇਹ ਗੱਲ ਤੈਅ ਵੇ ਕਿ ਦਿਨਕਰ ਗੁਪਤਾ ਹੋਣਾ ਬਹੁਤੀ ਦੇਰ ਬਤੌਰ DGP ਉਹ ਕੰਟੀਨਿਊ ਨਹੀਂ ਕਰ ਪਾਉਣਗੇ। ਸਵਾਲ ਤੇ ਇਹ ਵੀ ਹੈ ਕਿ ਉਹਨਾਂ ਨੇ ਸ਼ਾਇਦ ਇਸ ਗੱਲ ਦੀ ਤਿਆਰੀ ਆਪਣੇ ਲੈਵਲ ਤੇ ਕਰ ਲਈ ਹੈ। ਉਹ ਚਟੋਪਾਧਿਆ ਹੋਣਾ ਜਿਨ੍ਹਾਂ ਦੀ ਸੀਨੀਅਰਿਟੀ ਨੂੰ ਤਾਕ ਤੇ ਰੱਖ ਕੇ ਦਿਨਕਰ ਗੁਪਤਾ ਉਹਨਾਂ ਨੂੰ DGP ਲਾਇਆ ਗਿਆ ਸੀਗਾ, ਅੱਜ ਉਹ ਚਟੋਪਾਧਿਆ ਉਹਨਾਂ ਦੇ ਬੰਦ ਲਿਫਾਫੇ ਕਈ ਕੋਰਟਾਂ ਦੇ ਵਿੱਚ ਪਏ ਆ, ਜਿਨ੍ਹਾਂ ਨੇ ਕਈ ਪੁਲਿਸ ਵਾਲਿਆਂ ਦੇ ਉੱਤੇ ਇਲਜ਼ਾਮ ਲਾਏ ਸੀਗੇ ਕਿ ਇਹ ਡਰੱਗ ਦੇ ਪੈਟਰੋਨੇਜ, ਡਰੱਗ ਕਾਰੋਬਾਰ। ਇਲਜ਼ਾਮ ਨਹੀਂ ਸੀ, ਜਾਂਚ ਸੀ ਪੂਰੀ। ਇੱਕ ਹਾਈ ਕੋਰਟ ਦੇ ਆਦੇਸ਼ਾਂ ਤੇ ਚਟੋਪਾਧਿਆਏ ਦੀ ਜ਼ਿੰਮੇਵਾਰੀ ਲਾਈ ਗਈ ਸੀਗੀ। ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਰਾਜਜੀਤ ਸਿੰਘ ਜਿਹੜੇ SSP ਸੀ, ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਜਿਹੜੀ ਜਾਂਚ ਉਹ ਤੋਂ ਸੰਤੁਸ਼ਟ ਨਹੀਂ ਗਾ। ਉਸ ਤੋਂ ਬਾਅਦ ਅੱਗੇ ਜਾ ਕੇ ਚਟੋਪਾਧਿਆਏ ਦੀ ਡਿਊਟੀ ਲਗਾਈ ਗਈ ਸੀ। ਸਿਧਾਰਥ ਚਟੋਪਾਧਿਆਏ ਆਪਣੇ ਕੰਮ ਲਈ ਬੜੇ ਮਾਹਰ ਮੰਨੇ ਜਾਂਦੇ ਆ, ਲੇਕਿਨ ਜੇ ਸਭ ਤੋਂ ਵੱਡਾ ਸਵਾਲ ਦੇਖੀਏ, ਦਿਨਕਰ ਗੁਪਤਾ ਜਦੋਂ ਇਹ ਬੇਅਦਬੀ ਮਾਮਲਿਆਂ ਦੀਆਂ ਕੋਈ ਚੀਜ਼ਾਂ ਸਾਹਮਣੇ ਆਈਆਂ ਸੀ, ਉਦੋਂ ਵੀ ਕਈ ਲੋਕਾਂ ਨੇ ਦੱਸਿਆ ਸੀ ਕਿ ਉਹ ਕੇਂਦਰ 'ਚ ਜਾਣ ਦੀ, ਡੈਪੂਟੇਸ਼ਨ ਤੇ ਜਾਣ ਦੀ ਤਿਆਰੀ ਕਰ ਰਹੇ ਆ। ਲੇਕਿਨ ਹੁਣ ਵੀ ਖੇਮਿਆਂ 'ਚ ਵੰਡ ਹੋਈ ਆ। ਸ਼ਾਇਦ ਕੁਝ ਅਸੀਂ ਨਾਂ ਨਹੀਂ ਲੈ ਰਹੇ ਕਿ ਕੁਝ ਲੋਕ ਇਕਬਾਲਪ੍ਰੀਤ ਸਿੰਘ ਸਹੋਤਾ ਜਿਹੜੇ ਕਿ ਇਸ ਵੇਲੇ ਸ਼ਾਇਦ PAP 'ਚ ਨੇ, ਉਹਨਾਂ ਦੀ ਪਿੱਠ ਥਾਪੜ ਰਹੇ ਆ, ਉਹਨਾਂ ਦੇ ਪਿੱਛੇ ਖੜੇ ਆ, ਔਰ ਕੁਝ ਲੋਕ ਜਿਹੜੇ ਆ ਉਹ ਚਟੋਪਾਧਿਆਏ ਸਾਹਿਬ ਦੇ ਨਾਲ ਖੜੇ ਨੇ। ਲੇਕਿਨ ਕੁੱਲ ਮਿਲਾ ਕੇ ਇਹ ਵੀ ਮੈਰਿਟ ਤੇ ਹੋਣਾ ਚਾਹੀਦਾ, ਕਾਰਗੁਜ਼ਾਰੀ ਦੇ ਆਧਾਰ ਤੇ ਹੋਣਾ ਚਾਹੀਦਾ। ਸਭ ਸਿਆਣੇ ਨੇ, ਲੇਕਿਨ ਮੂਲ ਰੂਪ 'ਚ ਨਸ਼ਿਆਂ ਵਰਗੇ ਮੁੱਦੇ ਤੇ ਚਟੋਪਾਧਿਆਏ ਦਾ ਕੰਮ ਕਾਫੀ ਜ਼ਿਆਦਾ ਬੋਲਦਾ ਹੈ। ਲੇਕਿਨ ਸਹੋਤਾ ਸਾਹਿਬ ਵੀ ਚੁੱਪਚਾਪ ਕੰਮ ਕਰਨ ਲਈ ਜਾਣੇ ਜਾਂਦੇ ਆ, ਕਾਬਲ ਅਫਸਰ ਨੇ। ਲੇਕਿਨ ਤੀਜਾ ਨਾਂ ਜਿਹੜਾ ਤੁਸੀਂ ਕਹਿ ਰਹੇ ਹੋ, ਉਹ ਵੀ ਕੋਈ ਕਿਸੇ ਨਾਲੋਂ ਘੱਟ ਨਹੀਂ ਗੇ। ਉਧਰਲੇ ਬੰਨੇ ਚੀਫ ਸੈਕਟਰੀ ਨੂੰ ਲੈ ਕੇ ਵੀ ਕਈ ਕਿਆਸ ਰਾਈਆਂ ਨੇ। ਲੇਕਿਨ ਮੈਨੂੰ ਜਰਾ ਜਾਂਦੇ ਇਹ ਜ਼ਰੂਰ ਦੱਸ ਦਿਓ ਕਿ ਬ੍ਰਹਮ ਮਹਿੰਦਰਾ ਸਾਹਿਬ ਜਾਂਦੇ ਮੁੱਖ ਮੰਤਰੀ ਦੀ ਸਹੁੰ, ਉਪ ਮੁੱਖ ਮੰਤਰੀ ਦੀ ਸਹੁੰ ਚੁੱਕਦੇ ਕਿਵੇਂ ਰਹਿ ਗਏ ਤੇ ਕੁਰਸੀ ਸਪੀਕਰ ਦੀ ਕੁਰਸੀ ਵੱਲੋਂ ਆ ਲੱਗੀ? ਕੀ ਕਹਿੰਦੇ ਹੋ? ਪਿਛਲੇ 2-3 ਦਿਨਾਂ ਦੇ ਵਿੱਚ ਬਹੁਤ ਕੁਝ ਇੱਦਾਂ ਦਾ ਹੋਇਆ ਜਿੱਦਾਂ ਕਾਂਗਰਸ ਦੇ ਵਿੱਚ ਪਹਿਲੇ ਕਦੀ ਨਹੀਂ ਹੋਇਆ। ਤੁਹਾਨੂੰ ਯਾਦ ਹੋਏਗਾ ਸੁਖਜਿੰਦਰ ਰੰਧਾਵਾ ਉਹਨਾਂ ਦੇ ਘਰ ਲੱਡੂ ਵੀ ਵੰਡ ਗਏ ਸੀਗੇ, ਔਰ 5 ਵਜੇ ਤੱਕ ਇਹ ਲੱਗਦਾ ਸੀਗਾ ਵੀ ਸੁਖਜਿੰਦਰ ਰੰਧਾਵਾ ਉਹਨਾਂ ਦਾ ਮੁੱਖ ਮੰਤਰੀ ਬਣਨਾ ਤੈਅ ਵੇ। 5:30 ਵਜੇ ਅਚਾਨਕ ਹੀ ਕਾਂਗਰਸ ਹਾਈਕਮਾਨ ਦਾ ਐਲਾਨ ਹੁੰਦਾ ਹੈ ਕਿ ਮੁੱਖ ਮੰਤਰੀ ਅਗਲੇ ਹੋਣਗੇ ਚਰਨਜੀਤ ਸਿੰਘ ਚੰਨੀ, ਔਰ ਉਹਦੇ ਵਿੱਚ ਭਾਵੇਂ ਕੈਂਪਾਂ ਦੇ ਵਿੱਚ ਵੰਡੀ ਨਜ਼ਰ ਆਉਂਦੀ ਹੋਏ ਕਾਂਗਰਸ, ਪਰ ਜਦੋਂ ਐਲਾਨ ਹੁੰਦਾ ਉਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਉਹਨਾਂ ਦੀ ਇੱਕ ਕਹੀਏ ਕਿ ਸਿਆਣੇ ਪੋਲੀਟੀਸ਼ੀਅਨ ਹੋ ਕੇ ਉਹ ਕੋਈ ਵੀ ਇੱਦਾਂ ਦੀ ਸਟੇਟਮੈਂਟ ਨਹੀਂ ਦਿੰਦੇ ਜਿਹਦੇ ਕਰਕੇ ਉਹਨਾਂ ਨੂੰ ਲੱਗੇ ਕਿ ਵੀ ਇਹ ਫਲਾਣੇ ਲੀਡਰ ਤੋਂ ਨਾਰਾਜ਼ ਨੇ। ਉਹ ਨਾਰਾਜ਼ਗੀਆਂ ਹੈਗੀਆਂ ਅੰਦਰ ਖਾਤੇ, ਸਭ ਨੂੰ ਪਤਾ ਹੈ ਕਿੰਨੇ ਕਿਹਦਾ ਕੰਮ ਰੋਕਿਆ। ਹੁਣ ਤੁਸੀਂ ਗੱਲ ਕੀਤੀ ਹੈ ਬ੍ਰਹਮ ਮਹਿੰਦਰਾ ਉਹਨਾਂ ਦੀ। ਬ੍ਰਹਮ ਮਹਿੰਦਰਾ ਉਹਨਾਂ ਦਾ ਪਵਨ ਬੰਸਲ ਉਹਨਾਂ ਨੇ ਨਾਂ ਘੋਸ਼ਿਤ ਕੀਤਾ ਸੀਗਾ, ਔਰ ਅਸੀਂ ਵੀ ਕੱਲ ਜਦ ਪ੍ਰੋਗਰਾਮ ਕਰ ਰਹੇ ਸੀ ਤਦ ਤੱਕ ਲਗਭਗ ਫਾਈਨਲ ਹੀ ਸੀਗਾ ਕਿ ਬ੍ਰਹਮ ਮਹਿੰਦਰਾ ਉਹ ਡਿਪਟੀ CM ਦੀ ਰੇਸ ਵਿੱਚ ਨਹੀਂ, ਬਲਕਿ ਉਹਨਾਂ ਦਾ ਨਾਂ ਵੀ ਤੈਅ ਹੋ ਗਿਆ, ਨਾਲ ਉਹਨਾਂ ਦੇ ਨਾਲ ਹੋਣਗੇ ਸੁਖਜਿੰਦਰ ਰੰਧਾਵਾ। ਲੇਕਿਨ 11 ਵਜੇ ਜਦ ਸਹੁੰ ਚੱਕ ਸੈਰਾਮਨੀ ਹੁੰਦੀ ਹੈ, ਜਿਹਦੇ ਵਿੱਚ ਬ੍ਰਹਮ ਮਹਿੰਦਰਾ ਦਾ ਨਾਂ ਬਤੌਰ ਡਿਪਟੀ CM ਚਲਾ ਵੀ ਗਿਆ ਹੁੰਦਾ ਹੈ, ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣੇ ਆਬਜੈਕਸ਼ਨ ਰੇਜ਼ ਕੀਤੇ, ਕਿਉਂਕਿ ਜਦ ਨਵਜੋਤ ਸਿੰਘ ਸਿੱਧੂ ਉਹਨਾਂ PPCC ਪ੍ਰਧਾਨ ਬਣੇ ਸੀਗੇ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਦ ਮਾਫੀ ਦੀ ਗੱਲ ਕੀਤੀ ਸੀ, ਨਵਜੋਤ ਮੇਰੇ ਤੋਂ ਮਾਫੀ ਮੰਗੇ ਤਦ ਮੈਂ ਉਹਨੂੰ ਮਿਲਾਂਗਾ, ਉਸ ਮਾਫੀ ਵਾਲੀ ਗੱਲ ਦੇ ਵਿੱਚ ਸਭ ਤੋਂ ਪਹਿਲੇ ਕੁੱਦੇ ਸੀਗੇ ਉਹ ਬ੍ਰਹਮ ਮਹਿੰਦਰਾ ਕੁੱਦੇ ਸੀਗੇ। ਔਰ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਵੀ ਨਵਜੋਤ ਸਿੰਘ ਸਿੱਧੂ ਨੂੰ ਤਦ ਤੱਕ ਨਹੀਂ ਮਿਲਾਂਗਾ ਜਦ ਤੱਕ ਉਹ ਆਪਣੀ ਗੱਲ ਕੈਪਟਨ ਸਾਹਿਬ ਨਾਲ ਨਹੀਂ ਮੁਕਾ ਲੈਂਦਾ। ਉਸ ਤੋਂ ਬਾਅਦ ਵੀ ਜਦ ਵੀ ਸਿੱਧੂ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਹੋਈ ਤੇ ਬ੍ਰਹਮ ਮਹਿੰਦਰਾ ਉਹਦੇ ਵਿੱਚ ਹਮੇਸ਼ਾ ਹੁੰਦੇ ਸੀਗੇ, ਔਰ ਉਹ ਕੈਪਟਨ ਖੇਮੇ ਦੀ ਹੀ ਗੱਲ ਹਮੇਸ਼ਾ ਕਰਦੇ ਸੀਗੇ। ਕਈ ਵਾਰ ਉਹ ਬਹਿਸ ਕਰਦੇ ਹੋਏ ਵੀ ਨਜ਼ਰ ਆਏ। ਇਹਨਾਂ ਗੱਲਾਂ ਕਰਕੇ ਸਿੱਧੂ ਉਹਨਾਂ
ਆਖਿਰ ਚ ਅੜ ਗਏ ਤੇ ਬ੍ਰਹਮ ਮਹਿੰਦਰਾ ਉਹਨਾਂ ਦਾ ਨਾਂ ਕੱਟਤਾ, ਭਾਵੇਂ ਓਪੀਸੀ ਸੋਨੀ ਉਹਨਾਂ ਦਾ ਨਾਂ ਉਹਦੇ ਵਿੱਚ ਸ਼ਾਮਿਲ ਕੀਤਾ, ਜੋ ਸਿੱਧੂ ਉਹਨਾਂ ਦੇ ਖਿਲਾਫ ਅੰਮ੍ਰਿਤਸਰ ਲੋਕ ਸਭਾ ਵਾਸਤੇ ਇਲੈਕਸ਼ਨ ਵੀ ਲੜ ਚੁੱਕੇ ਨੇ, ਔਰ ਉਹਨਾਂ ਦੇ ਵੀ ਰਿਸ਼ਤੇ ਕੋਈ ਬਹੁਤੇ ਵਧੀਆ ਨਹੀਂ ਸੀ, ਪਰ ਬ੍ਰਹਮ ਮਹਿੰਦਰਾ ਉਹਨਾਂ ਦੇ ਨਾਂ ਤੇ ਸਿੱਧੂ ਉਹਨਾਂ ਨੇ ਸਿੱਧਾ ਨਾਂ ਕਰਤੀ, ਜਿਹਦੇ ਕਰਕੇ ਆਖਰੀ ਦੇ ਵਿੱਚ ਉਹਨਾਂ ਦਾ ਨਾਂ ਕੱਟਣਾ ਪਿਆ। ਜੀ, ਤੁਸੀਂ ਠੀਕ ਕਹਿ ਰਹੇ ਹੋ ਭਾਸਕਰ ਸਾਹਿਬ ਕਿ ਸਿਆਸਤ ਦੇ ਵਿੱਚ ਕਦੋਂ ਕੀ ਹੋ ਜੇ ਕੋਈ ਅੰਦਾਜ਼ਾ ਨਹੀਂ ਹੁੰਦਾ, ਅੰਦਾਜ਼ੇ ਲਾਉਣੇ ਵੀ ਨਹੀਂ ਚਾਹੀਦੇ ਕਿਉਂਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ, ਥੋੜਾ ਵੇਟ ਕਰ ਲੈਣੀ ਚਾਹੀਦੀ ਹੈ। ਬਹੁਤ ਸਾਰੇ ਲੋਕਾਂ ਨੇ ਉਸ ਦਿਨ ਸਾਨੂੰ ਕਿਹਾ ਕਿ ਤੁਸੀਂ ਇੱਥੇ ਕੋਈ ਟਿੱਪਣੀ ਦਿਓ ਜਦੋਂ ਚੋਣ ਹੋ ਰਹੀ ਸੀ, ਨਾ ਅੱਗੇ ਪਿੱਛੇ ਜਾ ਰਹੇ ਸੀ, ਲੇਕਿਨ ਜਦੋਂ ਤੁਸੀਂ ਕਿਸੇ ਗੱਲ ਨੂੰ ਪੁਖਤਾ ਨਹੀਂ ਕਰ ਸਕਦੇ, ਕਿਉਂਕਿ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਸੂਚਨਾ ਨਹੀਂ ਸੀ, ਕਿਆਸ ਰਾਈਆਂ ਸੀ, ਕਿਆ ਹੋ ਗਿਆ, ਮੀਡੀਆ ਹੀ ਰਿਪੋਰਟਾਂ ਹੀ ਸੀਗੀਆਂ, ਕੋਈ ਕਿਸੇ ਦਾ ਫੋਨ ਨਹੀਂ ਸੀ ਚੱਕ ਰਿਹਾ, ਜਿਹੜਾ ਫੋਨ ਚੱਕ ਵੀ ਰਿਹਾ ਸੀ ਉਹਨੂੰ ਖੁਦ ਵੀ ਨਹੀਂ ਸੀ ਪਤਾ, ਜਿਹੜੇ ਉਪ ਮੁੱਖ ਮੰਤਰੀ ਬਣੇ ਨੇ ਜਾਂ ਜਿਹੜੇ ਬਹੁਤ ਵੱਡੇ ਇਸ ਵੇਲੇ ਨੇ ਉਹਨਾਂ ਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ ਕਦੋਂ ਕੀ ਹੋ ਜਾਣਾ। ਸੋ ਅਸੀਂ ਉਸ ਦਿਨ ਜਿਸ ਦਿਨ ਇਹ ਅਨਾਉਂਸਮੈਂਟ ਸ਼ਾਮ ਨੂੰ ਚੰਨੀ ਸਾਹਿਬ ਦੀ ਬਤੌਰ ਮੁੱਖ ਮੰਤਰੀ ਹੁੰਦੀ ਆ, ਇਸੇ ਕਰਕੇ ਕੋਈ ਵੀ ਟਿੱਪਣੀ ਕਰਨ ਤੋਂ ਸੰਕੋਚ ਕੀਤਾ। ਅਸੀਂ ਬਚਦੇ ਰਹਿੰਦੇ ਆ ਕਿ ਕੋਈ ਦਾਅਵਾ ਸਾਡਾ ਕਿਸੇ ਸਿਸਟਮ ਨੂੰ ਪ੍ਰਭਾਵਿਤ ਨਾ ਕਰੇ। ਇਮਾਨਦਾਰੀ ਨਾਲ ਮੂਵ ਹੋਣ ਵਾਲਾ ਢਾਂਚਾ ਹੀ ਅੱਗੇ ਜਾ ਕੇ ਬਿਹਤਰ ਸਮਾਜ ਲਈ ਸਹਾਈ ਹੁੰਦਾ। ਅਸੀਂ ਉਹਦੇ 'ਚ ਬਹੁਤਾ ਕੁਝ ਕਰ ਤਾਂ ਨਹੀਂ ਸਕਦੇ, ਲੇਕਿਨ ਅਸੀਂ ਨੈਗੇਟਿਵਿਟੀ ਵਾਲੇ ਪਾਸੇ ਜਾਣ ਤੋਂ ਬਚਦੇ ਰਹਿੰਦੇ ਆ। ਸੋ ਮੀਡੀਆ ਦੀ ਜ਼ਿੰਮੇਵਾਰੀ ਇਹੀ ਆ ਕਿ ਆਪਣੀ ਮਿਲੀ ਆਜ਼ਾਦੀ ਦੇ ਉੱਤੇ ਸਵੈ ਅਨੁਸ਼ਾਸਨ, ਸਵੈ ਡਿਸਪਲਿਨ ਓੜ ਲੈਣਾ ਚਾਹੀਦਾ। ਭਾਸਕਰ ਸਾਹਿਬ ਪਿਆਰੇ ਬੰਦੇ ਆ, ਜੇ ਮੈਂ ਕਿਧਰੇ ਗਲਤ ਜਾਂਦਾ ਹੋਵਾਂ ਤਾਂ ਮੈਨੂੰ ਫੜ ਕੇ ਰੋਕ ਲੈਂਦੇ ਆ, ਕਿਧਰੇ ਭਾਸਕਰ ਸਾਹਿਬ ਕਿਧਰੇ ਕੋਈ ਅੱਗੇ ਗੱਲ ਵਧਾਉਣਾ ਚਾਹੁੰਦੇ ਤੇ ਉੱਥੇ ਕਿਤੇ ਮੈਂ ਵਿੱਚ ਡਿੱਕਾ ਡਾ ਦਿੰਦਾ, ਵੀ ਮੰਨ ਲੈਂਦੇ ਆ। ਸੋ ਤੁਸੀਂ ਸਾਡੇ ਨਾਲ ਬਣੇ ਰਹਿੰਦੇ ਹੋ ਤੇ ਇਹੀ ਸਾਡੀ ਤਾਕਤ ਆ, ਇਸੇ ਕਰਕੇ ਸਾਨੂੰ ਅੱਗੇ ਬੋਲਣ ਦੀ ਸਮਰੱਥਾ ਮਿਲਦੀ ਆ ਤੇ ਸਰੋਤ ਬਣਦੇ ਰਹਿੰਦੇ ਆ। ਸਰੋਤ ਕਦੇ ਗਲਤ ਨਹੀਂ ਹੁੰਦੇ, ਮਾਹੌਲ ਬਦਲਦੇ ਰਹਿੰਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।